Our Zone Psalms in Punjabi Context ਦਾ 8ਵਾਂ ਐਪੀਸੋਡ। ਅੱਜ ਦੇ ਐਪੀਸੋਡ ਵਿੱਚ ਅਸੀਂ ਜ਼ਬੂਰ 49 ਤੇ ਗੌਰ ਕਰਾਂਗੇ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੋ ਤੁਸੀਂ ਸਮੇਂ ਕਰਕੇ ਸਾਡੇ ਐਪੀਸੋਡਸ ਨੂੰ ਵੇਖਦੇ ਆ, ਸਾਨੂੰ ਕਮੈਂਟ ਕਰਦੇ ਆ, ਸਾਡੇ ਐਪੀਸੋਡਸ ਨਾਲ ਤੁਸੀਂ ਫੀਡਬੈਕ ਸਾਨੂੰ ਦਿੰਦੇ ਆ। ਅੱਜ ਸਾਡੇ ਵਿੱਚ ਆਂਟੀ ਜੋਤੀ ਐਂਡ ਅੰਕਲ ਜੋਸ਼ੂਆ ਸਕ੍ਰਿਪਚਰ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਕਰਨਗੇ। ਐਂਡ ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ ਕਿ ਤੁਸੀਂ ਆਪਣੇ ਸਵਾਲ, ਆਪਣੇ ਕਮੈਂਟਸ ਸਾਡੇ ਨਾਲ ਕਮੈਂਟ ਬਾਕਸ ਵਿੱਚ ਸ਼ੇਅਰ ਕਰੋ। ਹੁਣ ਮੈਂ ਦਰਖਾਸਤ ਕਰਾਂਗੀ ਅੰਕਲ ਜੋਸ਼ੂਆ ਦੇ ਕਿ ਉਹ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਤੇ ਆਪਣੇ ਸਿਰਾਂ ਨੂੰ ਝੁਕਾਈਏ ਤੇ ਖੁਦਾ ਦੀ ਹਜ਼ੂਰੀ 'ਚ ਚਲੀਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਦਿਨ ਭਰ ਦੀ ਹਿਫਾਜ਼ਤ ਨਿਗਰਾਨੀ ਦੇ ਲਈ, ਜੋ ਸਾਨੂੰ ਸਭ ਨੂੰ ਹਰ ਤਰ੍ਹਾਂ ਸੰਭਾਲ ਕੇ ਰੱਖਿਆ। ਇਸ ਮੌਕੇ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ ਖੁਦਾਵੰਦਾ, ਤੂੰ ਸਾਡੀ ਜ਼ਿੰਦਗੀ 'ਚ ਸਾਨੂੰ ਇਹ ਮੌਕਾ ਦਿੱਤਾ ਕਿ ਮਿਲ ਬੈਠ ਕੇ ਤੇਰੇ ਨਾਂ ਦੀ ਵਡਿਆਈ ਕਰੀਏ ਤੇ ਤੇਰੇ ਕਲਾਮ ਨੂੰ ਸੁਣਨ ਵਾਲੇ ਵੀ। ਤੂੰ ਆਪਣੇ ਖਾਦਮ ਦੇ ਨਾਲ ਹੋ, ਉਸਨੂੰ ਤੇਰੇ ਹੱਥਾਂ ਦੇ ਵਿੱਚ ਸਪੁਰ ਕਰਦੇ ਹਾਂ। ਉਸਨੂੰ ਮਸਾ ਕਰ ਤਾਂ ਖੁਦਾਵੰਦ ਜੋ ਕੁਛ ਵੀ ਹੋ ਬੋਲਣ ਉਹ ਤੇਰੀ ਤਰਫ, ਸੁਣਨ ਵਾਲਿਆਂ ਨੂੰ ਸਭ ਨੂੰ ਬਰਕਤ ਦੇ, ਸਭ ਦੇ ਨਾਲ ਹੋ। ਤੇਰੇ ਬੇਟੇ ਯਿਸੂ ਨਾਸਰੀ ਦੇ ਜਲਾਲੀ ਤੇ ਪਵਿੱਤਰ ਲਹੂ 'ਚ ਮੰਗਦੇ ਹਾਂ, ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਆਓ ਹੁਣ ਅਸੀਂ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਦੇ ਨਾਲ। एक बार फिर सारे मेरे भैन भरावां नूं जय मसीह दी, और जो जितने भी सानू ऑनलाइन इस वक्त देख रहे और जिन्होंने सानू ज्वाइन किया है, और खुदावंद सारियां दी फैमिलियां नूं बरकत देवे। अज असी जावांगे जबूर 49 दे विच 49, और इसका मुख्य टाइटल है धन धोखा है। संगीत दल दे आगू लई कोरा दी संतान दा भजन। असी इसकी पहली अर्थ पढ़ांगे। हे सब लोको ये सुनो, हे संसार दे सब वासियों इस ते कन लावो। की ऊंच की नीच, धनी अते कंगाल इकट्ठे। मेरे मुंह दे बोल ज्ञान भरपूर होणगे अते मेरे मन दे विचार गंभीरता वाले। मैं अपना कन दृष्टांत वल लावांगा, मैं बरबत नाल अपना भेत खोलांगा। मैं दुख समय नहीं डरांगा, जदों मेरे वैरी मैनू हर पासों घेर लैणगे। ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ ਅਤੇ ਆਪਣੇ ਧਨ ਦੀ ਬਹੁਤਾਇਤ ਉੱਤੇ ਫੁੱਲਦੇ ਹਨ, ਉਹਨਾਂ ਵਿੱਚੋਂ ਕੋਈ ਵੀ ਆਪਣਾ ਮੁੱਲ ਨਹੀਂ ਭਰ ਸਕਦਾ ਅਤੇ ਨਾ ਹੀ ਪਰਮੇਸ਼ਰ ਨੂੰ ਆਪਣੇ ਪ੍ਰਾਣ ਬਦਲੇ ਕੁਝ ਦੇ ਸਕਦਾ ਹੈ। ਕਿਉਂ ਜੋ ਉਹਨਾਂ ਦੀ ਜਾਨ ਦਾ ਨਿਸਤਾਰਾ ਮਹਿੰਗਾ ਹੈ ਅਤੇ ਉਹ ਸਦਾ ਤੀਕ ਅਸਾਧ ਹੈ। ਕਿਉਂ ਉਹ ਹਮੇਸ਼ਾ ਦੇ ਲਈ ਜੀਵੇ ਅਤੇ ਕਬਰ ਦਾ ਮੂੰਹ ਨਾ ਦੇਖੇ। ਉਹ ਤਾਂ ਵੇਖਦਾ ਹੈ ਭਾਈ ਬੁੱਧਵਾਨ ਵੀ ਮਰਦੇ ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ ਅਤੇ ਆਪਣੀ ਮਾਇਆ ਹੋਰਨਾਂ ਲਈ ਛੱਡ ਜਾਂਦੇ ਹਨ। ਉਹਨਾਂ ਦੀ ਕਬਰ ਹੀ ਉਹਨਾਂ ਦਾ ਪੱਕਾ ਟਿਕਾਣਾ ਬਣਦੀ ਹੈ। ਉੱਥੇ ਉਹ ਪੀੜ੍ਹੀਓਂ ਪੀੜ੍ਹੀ ਰਹਿੰਦੇ ਹਨ, ਬੇਸ਼ੱਕ ਉਹ ਸਾਰੀ ਜ਼ਮੀਨ ਨੂੰ ਵੀ ਆਪਣਾ ਕਿਉਂ ਨਾ ਕਹਿਣ। ਪਰ ਆਦਮੀ ਆਦਰ ਵਿੱਚ ਨਹੀਂ ਟਿਕੇਗਾ, ਉਹ ਡੰਗਰਾਂ ਦੇ ਤੁਲ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ। ਇਹ ਉਹਨਾਂ ਦਾ ਹਾਲ ਹੈ ਜੋ ਝੂਠਾ ਭਰੋਸਾ ਰੱਖਦੇ ਹਨ। ਇਹ ਉਹਨਾਂ ਦਾ ਅੰਤ ਹੈ ਜੋ ਆਪਣੇ ਮਾਲ ਦੇ ਵਿੱਚ ਖੁਸ਼ ਰਹਿੰਦੇ ਹਨ। ਸੇਲਾ। ਇੱਜੜ ਵਾਂਗੂ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ, ਮੌਤ ਉਹਨਾਂ ਦਾ ਅਯਾਲੀ ਹੋਵੇਗੀ ਅਤੇ ਸਵੇਰ ਨੂੰ ਧਰਮੀ ਉਹਨਾਂ ਉੱਤੇ ਰਾਜ ਕਰਨਗੇ। ਉਹਨਾਂ ਦਾ ਰੂਪ ਪਤਾਲ ਵਿੱਚ ਗਲ ਜਾਵੇਗਾ, ਉਹਦਾ ਕੋਈ ਟਿਕਾਣਾ ਨਾ ਰਹੇਗਾ। ਪਰ ਪਰਮੇਸ਼ਵਰ ਮੇਰਾ ਮੁੱਲ ਦੇ ਕੇ ਪਤਾਲ ਕੁੰਡ ਵਿੱਚੋਂ ਮੈਨੂੰ ਮੁਕਤ ਕਰੇਗਾ ਅਤੇ ਉਹ ਮੈਨੂੰ ਸਵੀਕਾਰ ਕਰੇਗਾ। ਤੂੰ ਨਾ ਡਰ ਜਦ ਕੋਈ ਮਨੁੱਖ ਧਨੀ ਹੋ ਜਾਵੇ, ਜਦ ਉਹਦੇ ਘਰ ਦਾ ਪ੍ਰਤਾਪ ਵੱਧ ਜਾਵੇ। ਕਿਉਂਕਿ ਜਦੋਂ ਉਹ ਮਰੇਗਾ ਤਾਂ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾਵੇਗਾ, ਉਸ ਦੀ ਸੰਪਤੀ ਉਸ ਦੇ ਨਾਲ ਉਤਾਂ ਨਹੀਂ ਜਾਵੇਗੀ। ਭਾਵੇਂ ਉਹ ਆਪਣੇ ਜਿਉਂਦੇ ਜੀ ਆਪਣੀ ਜਾਨ ਨੂੰ ਮੁਬਾਰਕ ਆਖਦਾ ਹੈ, ਜਦ ਤੂੰ ਆਪਣਾ ਭਲਾ ਕਰੇ ਤਾਂ ਲੋਕ ਤੈਨੂੰ ਸਲਾਹੁਣਗੇ। ਪਰ ਫਿਰ ਵੀ ਉਹ ਆਪਣੇ ਮਰੇ ਹੋਏ ਪੁਰਖਿਆਂ ਨਾਲ ਜਾ ਮਿਲੇਗਾ, ਤਦ ਉਹ ਚਾਨਣ ਦੇ ਕਦੀ ਦਰਸ਼ਨ ਨਹੀਂ ਕਰੇਗਾ। ਜਿਹੜਾ ਆਦਮੀ ਆਦਰ ਵਿੱਚ ਹੈ ਪਰ ਸਮਝ ਨਹੀਂ ਰੱਖਦਾ, ਉਹ ਡੰਗਰਾਂ ਦੇ ਤੁਲ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ।
खुदा दी बरकत ओदे कलाम दे पढ़े ते सुने जानते होगे आमीन। ਆਮੀਨ। Thank you. A scripture reading ਲਈ ਹੁਣ ਅਸੀਂ ਪਾਸਟਰ ਐਰਿਕ ਸਰਵਾਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। जी बहुत बहुत शुक्रिया एंजल, अंकल जोशुआ और सिस्टर ज्योति ਅੱਜ ਦੇ ਜ਼ਬੂਰ ਨੰਬਰ 49 ਲਈ ਜ਼ਬੂਰ ਨੰਬਰ 49 ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੇ ਕਿ ਇਹ ਜ਼ਬੂਰ ਦੇ 5 ਕਿਤਾਬਾਂ ਦੇ ਵਿੱਚੋਂ ਦੂਜੀ ਜਿਹੜੀ ਕਿਤਾਬ ਹੈ ਉਹਦਾ ਹਿੱਸਾ ਵੇ ਔਰ ਅਸਾਂ ਅੱਜ ਇਸ ਕਿਤਾਬ ਦੇ ਵਿੱਚੋਂ ਬਨੀ ਕੋਰਾ ਦੇ ਜਿੰਨੇ ਜ਼ਬੂਰ ਸਨ ਜਿੰਨੇ ਸਾਰਿਆਂ ਦੇ ਉੱਤੇ ਬਨੀ ਕੋਰਾ ਦਾ ਨਾਮ ਲਿਖਿਆ ਹੋਇਆ ਸੀ ਜ਼ਬੂਰ ਨੰਬਰ ਯਾਨੀ ਕਿਤਾਬ ਨੰਬਰ 2 ਦੇ ਵਿੱਚ ਇਹ ਬਨੀ ਕੋਰਾ ਦਾ ਆਖਰੀ ਜ਼ਬੂਰ ਹੈ ਕਿਉਂਕਿ ਇਦੋਂ ਅੱਗੇ ਜ਼ਬੂਰ 50 ਜਿਹੜਾ ਵੇ ਉਹ ਆਸਫ ਤੋਂ ਸ਼ੁਰੂ ਹੋ ਜਾਂਦਾ ਵੇ। ਸੋ ਅਸੀਂ ਵੇਖਦੇ ਹਾਂ ਕਿ ਬਨੀ ਕੋਰਾ ਸਾਨੂੰ ਸਾਰਿਆਂ ਨੂੰ ਪਤਾ ਵੇ ਹੁਣ ਸਾਨੂੰ ਸਮਝ ਆ ਗਈ ਹੈ ਕਿ ਇਹ ਉਹ ਕਬੀਲੇ ਉਹ ਲੋਕ ਸਨ ਜਿਨ੍ਹਾਂ ਦੀ ਜ਼ਿੰਮੇਵਾਰੀ ਦਾਊਦ ਬਾਦਸ਼ਾਹ ਨੇ ਲਾਈ ਸੀ ਕਿ ਉਹਨਾਂ ਨੇ ਹੈਕਲ ਦੇ ਵਿੱਚ ਗਾਨ ਵਜਾਨ ਤੇ ਦਾਨਾਈ ਔਰ ਹਿਕਮਤ ਔਰ ਉਹਨਾਂ ਨੇ ਆਪਣੀ ਜਿਹੜੀ ਖਿਦਮਤ ਪੂਰੀ ਨਾ ਸਿਰਫ ਦਾਊਦ ਦੇ ਖੈਮੇ ਵਿੱਚ ਬਲਕਿ ਉਹਦੇ ਬਾਅਦ ਜਿਹੜੀ ਸੁਲੇਮਾਨ ਨੇ ਹੈਕਲ ਬਣਾਈ ਸੀ ਉਹਦੇ ਵਿੱਚ ਵੀ ਉਹਨਾਂ ਦਾ ਕੰਮ ਐ ਸੀ ਕਿ ਉਹ ਖੁਦਾ ਦੀ ਹਮਦੋ ਸਨਾ ਸ਼ੁਕਰਗੁਜ਼ਾਰੀ ਜਿਹੜੀ ਉਹ ਸਵੇਰ ਤੇ ਸ਼ਾਮ 24/7 ਜਿਹੜਾ ਸੀ ਉਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹਨਾਂ ਦੇ ਘਰਾਣਿਆਂ ਨੇ ਇਹ ਖਿਦਮਤ ਕਰਨੀ ਹੈ। ਜਦੋਂ ਖਿਦਮਤ ਕਰਦੇ ਹਨ ਤੇ ਉਹਦੇ ਵਿੱਚ ਇੱਕ ਜਿਹੜੀ ਜ਼ਿੰਮੇਵਾਰੀ ਹੁੰਦੀ ਲਾਵੀਆਂ ਦੇ ਘਰਾਣਿਆਂ ਦੀ ਕਬੀਲਿਆਂ ਦੀ ਉਹ ਹੁੰਦੀ ਸੀ ਕਲੈਰਿਕ ਮਤਲਬ ਜਿਹੜੇ ਸਕ੍ਰਾਈਬਸ ਹੁੰਦੇ ਨੇ। ਸਕ੍ਰਾਈਬ ਦਾ ਮਤਲਬ ਹੈ ਵੇ ਸੌਂਗ ਰਾਈਟਰਸ ਕਿ ਜਿਹੜੇ ਖੁਦਾ ਦੇ ਨਬੂਵਤ ਨੂੰ ਖੁਦਾ ਦੇ ਕਲਾਮ ਨੂੰ ਜਾਂ ਜੋ ਉਹਨਾਂ ਨੂੰ ਇਨਸਪੀਰੇਸ਼ਨ ਮਿਲਦਾ ਸੀ ਖੁਦਾ ਦੇ ਰੂਹ ਵੱਲੋਂ ਉਹਨੂੰ ਉਹ ਲਿਖਦੇ ਹਨ। ਉਹ ਲਿਖਣ ਦੇ ਬਾਅਦ ਜਿਹਨੂੰ ਨਬੂਵਤ ਹੁੰਦੀ ਸੀ ਉਹ ਨਬੂਵਤ ਜਿਹੜਾ ਸੀ ਉਹ ਨਬੂਵਤ ਲਿਖਣ ਤੋਂ ਬਾਅਦ ਉਹ ਮਿਊਜ਼ੀਸ਼ੀਅਨਾਂ ਨੂੰ ਦਿੰਦੇ ਹਨ ਤਾਂ ਕਿ ਉਹਦੀ ਕੀ ਬਣਾਉਣ ਧੁਨ ਬਣਾਉਣ। ਬੜੇ ਘੱਟ ਐਸੇ ਲੋਕ ਨੇ ਕਿ ਜਿਨ੍ਹਾਂ ਦੇ ਕੋਲ ਸਾਰਾ ਗਿਫਟ ਵੀ ਯਾਨੀ ਉਹ ਸ਼ਾਇਰ ਵੀ ਹੋਣ ਯਾਨੀ ਉਹ ਮਿਊਜ਼ੀਸ਼ੀਅਨ ਵੀ ਹੋਣ ਉਹਦੇ ਬਾਅਦ ਸਿੰਗਰ ਵੀ ਹੋਣ ਉਹਦੇ ਬਾਅਦ ਕੰਪੋਜ਼ਰ ਵੀ ਹੋਣ ਮਤਲਬ ਇਟਸ ਅ ਫੁੱਲ ਪੈਕੇਜ। ਬੜਾ ਘੱਟ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਹੈ ਕੰਪਰੀਹੈਂਸਿਵ ਕਿਸਮ ਜਿਹੀ ਉਹਨਾਂ ਨੂੰ ਖੁਦਾ ਨੇ ਮਲਟੀ ਡਾਇਮੈਂਸ਼ਨਲ ਗਿਫਟ ਬੜਾ ਘੱਟ ਹੁੰਦਾ ਵੇ। ਅਮੂਮਨ ਕੋਈ ਇੱਕ ਬੰਦੇ ਕੋਲ ਇੱਕ ਹੀ ਬੜਾ ਸੁਥਰਾ ਤੇ ਸੋਹਣਾ ਗਿਫਟ ਹੁੰਦਾ ਵੇ ਭਾਵੇਂ ਉਹ ਸ਼ਾਇਰੀ ਦਾ ਹੋਏ ਭਾਵੇਂ ਉਹ ਮੌਸੀਕੀ ਦਾ ਹੋਏ ਤੇ ਭਾਵੇਂ ਉਹ ਗਾਇਕੀ ਦਾ ਹੋਏ ਤੇ ਭਾਵੇਂ ਉਹ ਪੇਂਟਿੰਗ ਦਾ ਹੋਏ ਕੋਈ ਵੀ ਹੋਏ ਮਤਲਬ ਕੋਈ ਨਾ ਕੋਈ ਗਿਫਟ ਹੋਵੇ। ਉਹ ਬੜੀਆਂ ਘੱਟ ਇੰਟੈਲੀਜੈਂਸ ਮਾਈਂਡ ਹੁੰਦੇ ਨੇ ਜਿਨ੍ਹਾਂ ਦੇ ਕੋਲ ਇੰਜ ਦੇ ਕਈ ਗਿਫਟ ਇੱਕੋ ਬੰਦੇ ਦੇ ਵਿੱਚ ਖੁਦਾ ਨੇ ਕੰਸਾਈਜ਼ ਕਰਕੇ ਕੰਪੈਕਟ ਕਰਕੇ ਜਿਹੜਾ ਵੇ ਨਾ ਉਹ ਵਾਰ ਦਿੱਤੇ ਹੁਣ ਕਿ ਲੈ ਬਈ ਜਾਂ ਮੌਜ ਕਰ। ਸੋ ਅਸੀਂ ਜਦੋਂ ਜ਼ਬੂਰ 49 ਨੂੰ ਪੜ੍ਹਦੇ ਹਾਂ ਇੱਥੇ ਬਨੀ ਕੋਰਾ ਜਿਹੜਾ ਵੇ ਉਹ ਜ਼ਬੂਰ ਜਿਹੜਾ ਵੇ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੇ ਕਿ ਜ਼ਬੂਰ ਦੀਆਂ ਪਹਿਲੀਆਂ 3 ਕਿਤਾਬਾਂ ਨੋਹੇ ਨੇ ਮਾਤਮ ਹੈ ਪ੍ਰੋਟੈਸਟ ਹੈ ਖੁਦਾ ਦੇ ਅੱਗੇ ਔਰ ਬਨੀ ਇਸਰਾਇਲ ਦੀ ਜਿਹੜੀ ਅਸੀਰੀ ਹੈ ਹੈਕਲ ਦੀ ਤਬਾਹਕਾਰੀ ਜਿਹੜੀ ਹੈ ਯਰੂਸ਼ਲਮ ਦੀ ਤਬਾਹੀ ਜਿਹੜੀ ਹੈ ਉਹਦੇ ਬਾਰੇ ਦੇ ਵਿੱਚ ਕੌਮ ਤਿੱਤਰ ਬਿੱਤਰ ਹੋ ਗਈ ਹੈ ਉਹਦੇ ਬਾਰੇ ਚ ਖੁਦਾ ਅੱਗੇ ਜਿਹੜਾ ਵੇ ਨਾ ਮੁਕੱਦਮਾ ਪੇਸ਼ ਕੀਤਾ ਗਿਆ ਖੁਦਾ ਅੱਗੇ ਰੋਇਆ ਕਰਵਾਇਆ ਗਿਆ ਵੇ। ਲੇਕਿਨ ਇਹਦੇ ਨਾਲ ਨਾਲ ਚੂੰਕਿ ਜ਼ਬੂਰਾਂ ਦੀ ਕਿਤਾਬ ਜਿਹੜੀ ਉਹ ਸਿਰਫ ਦੁਆਵਾਂ ਨਹੀਂ ਹੈ ਜ਼ਬੂਰ ਦੀ ਕਿਤਾਬ ਸਿਰਫ ਪੁਰਾਣੇ ਨਹੀਂ ਹੈ ਜ਼ਬੂਰਾਂ ਦੀ ਕਿਤਾਬ ਸਿਰਫ ਪ੍ਰੋਟੈਸਟ ਨਹੀਂ ਹੈ ਜ਼ਬੂਰਾਂ ਦੀ ਕਿਤਾਬ ਵਿੱਚ ਹੋਰ ਵੀ ਬੜਾ ਕੁਛ ਹੈ। ਇਸੇ ਲਈ ਜਿਹੜੀ ਪੁਰਾਣੇ ਏਹਦਨਾਮੇ ਦੀ ਜਾਂ ਅਸੀਂ ਜਿਹਨੂੰ ਹਿਬਰੂ ਬਾਈਬਲ ਕਹਿੰਦੇ ਆ ਉਹਦੇ 3 ਹਿੱਸੇ ਹਨ। ਮੂਸਾ ਦੀ ਤੌਰਾਤ ਨੰਬਰ 1 ਪਹਿਲੀਆਂ 5 ਕਿਤਾਬਾਂ ਠੀਕ ਹੈ। ਉਹਦੇ ਬਾਅਦ ਸੀ ਸਹਾਇਫ ਅੰਬੀਆ ਯਸ਼ੂਆ ਦੀ ਕਿਤਾਬ ਤੋਂ ਲੈ ਕੇ ਐਸਤਰ ਦੀ ਕਿਤਾਬ ਤੱਕ ਔਰ ਫਿਰ ਉਹਦੇ ਬਾਅਦ ਅੱਗੋਂ ਯਸਾਇਆ ਤੋਂ ਲੈ ਕੇ ਤੇ ਮਲਾਕੀ ਨਬੀ ਤੱਕ ਇਹ 3 ਕਿਤਾਬਾਂ ਇਹ 2 ਹਿੱਸੇ ਹੋ ਗਏ। ਤੀਸਰਾ ਜਿਹੜਾ ਸੀ ਉਹਨੂੰ ਕਹਿੰਦੇ ਹਨ ਹਿਕਮਤ ਦੀ ਕਿਤਾਬ ਔਰ ਹਿਕਮਤ ਦੀ ਕਿਤਾਬ ਜਿਹੜੀ ਸੀ ਉਹ ਸ਼ੁਰੂ ਹੁੰਦੀ ਏ ਜਾਂ ਉਹਨੂੰ ਮਜ਼ਮੀਰ ਦਾ ਟਾਈਟਲ ਵੀ ਦਿੱਤਾ ਗਿਆ ਸੀ ਜ਼ਬੂਰ ਵੀ ਕਿਹਾ ਗਿਆ ਸੀ ਉਹਨੂੰ। ਉਹ ਸ਼ੁਰੂ ਹੁੰਦਾ ਸੀ ਅਯੂਬ ਦੀ ਕਿਤਾਬ ਤੋਂ ਲੈ ਕੇ ਤੇ ਯਰਮੀਆ ਨਬੀ ਦੇ ਨੋਹੇ ਤੱਕ। ਇਹ ਸਾਰੀ ਪੋਇਟਿਕ ਸੈਸ਼ਨ ਅਸੀਂ ਕਹਿੰਦੇ ਹਾਂ ਨਬੂਵਤੀ ਜਾਂ ਇਹਨੂੰ ਅਸੀਂ ਹਿਕਮਤ ਦੀ ਕਿਤਾਬ ਕਹਿੰਦੇ ਹਾਂ ਠੀਕ ਹੈ। ਇਸੇ ਲਈ ਜਿਹੜਾ ਹਿਕਮਤ ਦਾ ਜਾਂ ਵਿਜ਼ਡਮ ਦਾ ਜਿਹੜਾ ਕਨਸੈਪਟ ਹੈ ਉਹ ਵੀ ਇਹਨਾਂ ਜ਼ਬੂਰਾਂ 'ਚ ਪਾਇਆ ਜਾਂਦਾ ਵੇ। ਸੋ ਇਹ ਜਿਹੜਾ ਜ਼ਬੂਰ ਹੈ ਇੰਟਰਸਟਿੰਗਲੀ ਇਹ ਨਾ ਤੇ ਮਾਤਮ ਵਿੱਚ ਆਉਂਦਾ ਵੇ ਨਾ ਪ੍ਰੋਟੈਸਟ ਵਿੱਚ ਆਉਂਦਾ ਵੇ ਨਾ ਦੁਆ ਦੇ ਵਿੱਚ ਆਉਂਦਾ ਵੇ ਤੇ ਨਾ ਕੋਈ ਤਰਾਨਾ ਵੇ ਤੇ ਨਾ ਕੁਛ ਵੀ ਨਹੀਂ। ਇਹ ਕੀ ਹੈ ਫਿਰ? ਇਟ ਇਜ਼ ਅ ਪ੍ਰੋਵਰਬ, ਇਟ ਇਜ਼ ਅ ਵਿਜ਼ਡਮ ਸਾਮ। ਅਸੀਂ ਇਹਨੂੰ ਹਿਕਮਤੀ ਜ਼ਬੂਰ ਕਹਿੰਦੇ ਹਾਂ ਕਿਉਂਕਿ ਇਹਦੇ ਵਿੱਚ ਕਿਸੇ ਨੂੰ ਮੁਖਾਤਬ ਕਰਕੇ ਨਹੀਂ ਕੀਤਾ ਗਿਆ। ਸਿਰਫ ਔਰ ਸਿਰਫ ਜਿਹੜਾ ਵੇ ਉਹ ਜਿਹੜਾ ਗੱਲ ਕਰਨ ਵਾਲਾ ਵੇ ਉਹ ਹਿਕਮਤ ਨੂੰ ਦਾਨਾਈ ਨੂੰ ਔਰ ਬੁੱਧੀ ਨੂੰ ਔਰ ਚੀਜ਼ਾਂ ਦੀ ਸਮਝ ਬੁੱਝ ਜਿਹੜਾ ਵੇ ਉਹਨੂੰ ਪੇਸ਼ ਕਰਨ ਡਿਆ ਵੇ ਠੀਕ ਹੈ ਜੀ। ਸੋ ਕੀ ਗੱਲ ਕਰਦਾ ਇਹਦੇ ਚ ਅਸੀਂ 3 ਜਾਂ 4 ਸਿਰਫ ਮੇਨ ਥੀਮ ਲਵਾਂਗੇ ਅੱਜ। ਉਹ ਕਿਹੜੇ ਨੇ? ਨੰਬਰ 1 ਉਹ ਬੁਲਾਉਂਦਾ ਕਿੰਨਾਂ ਨੂੰ ਹੈ ਪਿਆ। ਪਹਿਲੀ ਆਇਤ ਕੀ ਕਹਿ ਰਿਹਾ? ਐ ਸਭ ਉਮਤੋਂ। ਸੋ ਸਭ ਉਮਤੋਂ ਤੋਂ ਮੁਰਾਦ ਸਿਰਫ ਜੂਇਸ਼ ਨੇਸ਼ਨ ਨਹੀਂ ਹੈ। ਵਿਜ਼ਡਮ ਜਾਂ ਹਿਕਮਤ ਜਾਂ ਦਾਨਾਈ ਜਿਹੜੀ ਹੈ
ਉਹਦਾ ਬੁਲਾਵਾ ਜਿਹੜਾ ਵੇ ਉਹ ਖੁਦਾ ਹਰ ਬਣੀ ਨੌ ਇਨਸਾਨ ਨੂੰ ਦਿੰਦਾ ਵੇ। ਈਚ ਐਂਡ ਐਵਰੀ ਹਿਊਮਨ ਬੀਇੰਗ ਜਿਹੜਾ ਇਸ ਜ਼ਮੀਨ ਤੇ ਵੇ ਉਹਨੂੰ ਇਹ ਕਾਲ ਦਿੱਤੀ ਗਈ ਹੈ, ਉਹਨੂੰ ਇਹ ਬੁਲਾਵਾ ਦਿੱਤਾ ਗਿਆ ਵੇ, ਐ ਸਭ ਉਮਤੋ ये सुनो, ये की ਹੁਣ ਅੱਗੇ ਗੱਲ ਦੱਸੇਗਾ, ए जहान के सब बाशिंदों कान लगाओ। इंटरेस्टिंगली ਤੁਹਾਨੂੰ ਕਿਹਾ ਨਾ ਕਿ ਜ਼ਬੂਰ ਦੀ ਜਦੋਂ ਅਸੀਂ ਸ਼ਾਇਰੀ ਪੜ੍ਹਦੇ ਹਾਂ, ਹਿਬਰੂ ਜਿਹੜੀ ਗੱਲ ਹੈ, ਹਿਬਰੂ ਸ਼ਾਇਰੀ ਜਿਹੜੀ ਹੈ ਉਹਦੇ ਬੜੇ ਕੈਰੈਕਟਰਸ, ਪੈਰਲਲਿਜ਼ਮ ਹੈ, ਔਰ ਉਹਦੇ ਬਾਅਦ ਜਿਹੜਾ ਵੇ ਉਹਦੇ ਵਿੱਚ ਕੰਟਰਾਸਟ ਹੈ, ਉਹਦੇ ਵਿੱਚ ਇੱਕ ਹੀ ਗੱਲ ਨੂੰ ਮੁxtਲਿਫ ਅੰਦਾਜ਼ ਨਾਲ ਬਿਆਨ ਕੀਤਾ ਗਿਆ ਵੇ। ਤੁਸੀਂ ਇਹ ਵੇਖੋਗੇ ਕਿ ਇਹਦੇ ਵਿੱਚ ਗੱਲ ਇੱਕ ਹੀ ਹੈ ਸੁਣਨ ਦੀ, ਲੇਕਿਨ ਉਹਦੀਆਂ ਡਿਗਰੀਜ਼ ਫਰਕ ਨੇ। ਠੀਕ ਹੈ, ਡਿਗਰੀਜ਼ ਕਿਵੇਂ ਫਰਕ ਨੇ? ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤਾ ਸੀ, ਇੱਕ ਲਫ਼ਜ਼ ਹੈ ਕਿਸੇ ਚੀਜ਼ ਨੂੰ ਸੁਣਨਾ। ਅਸੀਂ ਆਪਣੇ ਆਲੇ ਦੁਆਲੇ ਗਾਣੇ ਵੀ ਸੁਣਨੇ ਆ, ਪਿੱਛੇ ਕੋਈ ਕੁੱਤਾ ਭੌਂਕਦਾ ਹੈ ਉਹਨੂੰ ਵੀ ਸੁਣਨੇ ਆ, ਕਿਤੇ ਬਰਤਨ ਖੜਕਦੇ ਹੋਣ ਉਹਨੂੰ ਵੀ ਸੁਣਨੇ ਆ, ਕਿਤੇ ਕੋਈ ਚਾਹ ਬਣਦੀ ਹੋਏ, ਕਿਤੇ ਕੋਈ ਬੈਲ ਵੱਜਦੀ ਹੋਏ, ਕਿਤੇ ਗੱਡੀ ਦਾ ਹੌਰਨ, ਅਸੀਂ ਆਲੇ ਦੁਆਲੇ ਬੜੀਆਂ ਆਵਾਜ਼ਾਂ ਸੁਣਨੇ ਆ। ਠੀਕ ਹੈ ਨਾ? ਲੇਕਿਨ ਜਿਹੜੀ ਕਿਵੇਂ ਨਾ ਕਾਨ ਲਗਾਓ, ਕਾਨ ਲਗਾਉਣ ਦਾ ਮਤਲਬ ਹੈ ਵੇ ਕਿ ਇੰਜ ਕਰਕੇ ਸੁਣਨਾ। ਇਹਦੇ ਲਈ ਜਿਹੜਾ ਆਇਆ ਨਾ ਲਫ਼ਜ਼, ਜਿਹੜਾ ਹਿਬਰੂ ਲਫ਼ਜ਼ ਹੈ, that is hazan, और एक जगह होर वर्ड है और उन्होंने क्या गया वे काला, मतलब जो अरबी च लफ्ज आए ने इत्थों ए लफ्ज है अजान, जेड़ा वे ना साडे मुसलमान दोस्त जेड़े 5 टाइम दी नमाज जो अजान दी कॉल देंदे ने, ਇਹਦਾ ਮਤਲਬ ਕੀ ਹੈ ਕਿ ਸੁਣੋ ਧਿਆਨ ਦੇ ਨਾਲ। ਉਹਨੂੰ ਅਜ਼ਾਨ ਇਸ ਲਈ ਕਿਹਾ ਗਿਆ ਵੇ ਕਿ ਸੁਣੋ ਧਿਆਨ ਦੇ ਨਾਲ। ਔਰ ਇਸ ਲਈ ਵੇਖੋ ਕਿ ਅਜ਼ਾਨ ਦੇਣ ਵਾਲਾ ਮੋਸਟਲੀ ਕੀ ਕਰਦਾ ਵੇ, ਇੰਜ ਆਪਣੇ ਕਈ ਵਾਰੀ ਹੱਥ ਰੱਖਦਾ ਵੇ। ਤੋ ਸੁਣਨ ਦਾ ਕਾਨ ਲਗਾਉਣ ਦਾ ਮਤਲਬ ਹੈ ਇਹ ਕਿ ਤੁਸੀਂ ਕੈਪ ਬਣਾ ਕੇ ਸੁਣੋ, ਤਾਂ ਕਿ ਧਿਆਨ ਦੇ ਨਾਲ ਸੁਣੋ ਉਹਨੂੰ, ਤਾਂ ਕਿ ਹੋਰ ਦੂਜੀਆਂ ਆਵਾਜ਼ਾਂ ਜਿਹੜੀਆਂ ਨਾ ਉਹ ਉਹਨੂੰ ਡਿਸਟਰਬ ਨਾ ਕਰਨ। ਲੇਕਿਨ ਇਸ ਧਿਆਨ ਦਾ ਅਸੀਂ ਸੁਣਨੇ ਤੇ ਹੈ ਵਾਂ, ਲੇਕਿਨ ਕਿਹੜੀ ਚੀਜ਼ ਤੇ ਖੁਦਾ ਦਾ ਬੰਦਾ ਧਿਆਨ ਲਗਾਉਣ ਡਿਆ? ਉਹ ਕਹਿਣ ਡਿਆ ਵੇ ਕਿ ਤੁਸੀਂ ਸੁਣੋ ਤਾਂ ਸਹੀ। ਕੰਨ ਲਗਾਉਣ ਦਾ ਮਤਲਬ ਹੈ ਵੇ ਕਿ ਉਹਦੇ ਤੇ ਮੈਡੀਟੇਟ ਕਰੋ ਐਂਡ ਦੈਨ ਰਿਸਪੌਂਡ ਟੂ ਦੈਟ। ਓਕੇ, ਸੋ ਵਾਟਸ ਦ ਡਿਫਰੈਂਸ ਬਿਟਵੀਨ ਹੀਅਰਿੰਗ ਐਂਡ ਲਿਸਨਿੰਗ? ਹੀਅਰਿੰਗ ਦੋਵਾਂ ਕੰਨਾਂ ਦਾ ਭਰਪੂਰ ਇਸਤੇਮਾਲ, ਇਧਰੋਂ ਸੁਣੀ ਤਾਂ ਉਧਰੋਂ ਕੱਢ ਛੜੀ। ਠੀਕ ਹੈ, that is hearing, simple hearing. Listening ਦਾ ਮਤਲਬ ਹੈ ਵੇ ਕਿ ਜਿਹੜੇ ਸਿਰ ਦੇ ਵਿੱਚ ਜਿਹੜੀ ਦਿਮਾਗ ਹੈ ਨਾ, ਬੁੱਧੀ ਜਿਹੜੀ ਹੈ, ਉਹ ਗੱਲ ਦੂਜੇ ਕੰਨ ਨਾਲੋਂ ਬਾਹਰ ਨਾ ਨਿਕਲੇ, ਉਹ ਗੱਲ ਦਿਮਾਗ ਵਿੱਚ ਵੀ ਜਾਏ ਔਰ ਦਿਮਾਗ ਉਹਨੂੰ ਪ੍ਰੋਸੈਸ ਕਰਕੇ, ਉਹਨੂੰ ਐਨਾਲਿਸਿਸ ਕਰਕੇ ਤੇ ਰਿਸਪੌਂਡ ਕਰੇ। ਓਕੇ, so that's the idea of listening and a difference between hearing and listening. ਠੀਕ ਹੈ, ਅੱਗੇ ਜਿਹੜਾ ਵੇ ਜਿਹੜੀ ਕੈਟਾਗਰੀ ਜਿਹਨੂੰ ਬੁਲਾ ਰਿਹਾ ਵੇ ਦੂਸਰੀ ਆਇਤ ਤੇ, ਕਿਆ ਅਦਨਾ ਕਿਆ ਆਲਾ, ਮਤਲਬ ਕੀ ਦੌਲਤਮੰਦ ਤੇ ਕੀ ਨੀਵਾਂ, ਤੇ ਕੋਈ ਉੱਚੀ ਜ਼ਾਤ ਤੇ ਨੀਵੀਂ ਜ਼ਾਤ, ਤੇ ਕੀ ਅਮੀਰ ਤੇ ਕੀ ਫਕੀਰ। ਯਾਨੀ ਜਿਹੜੀ ਵਿਜ਼ਡਮ ਹੈ, ਜਿਹੜੀ ਉਹ ਗੱਲ ਕਹਿਣਾ ਚਾਹ ਰਿਹਾ ਵੇ, ਜਿਹੜਾ ਉਹ ਮੈਸੇਜ ਕਮਿਊਨੀਕੇਟ ਕਰਨਾ ਚਾਹ ਰਿਹਾ ਵੇ, that is beyond any social, cultural, gender and any boundaries or any classism. ਕੋਈ ਕਲਾਸ ਇਹਦੇ ਵਿੱਚ, ਕੋਈ ਜ਼ਾਤ ਪਾਤ ਦਾ ਕੋਈ ਇਹਦੇ ਵਿੱਚ ਭੇਦ ਛਾਤ ਦਾ ਕੋਈ ਕਨਸੈਪਟ ਨਹੀਂ ਹੈ। ਇਟ ਇਜ਼ ਇਕੁਅਲ, ਇਟਸ ਦ ਡੈਮੋਕ੍ਰੇਸੀ ਆਫ ਦ ਵਿਜ਼ਡਮ, ਜਿਹਨੂੰ ਕਿਹਾ ਗਿਆ ਵੇ ਕਿ ਹਰ ਬੰਦਾ ਇਹਨੂੰ ਸੁਣੇ, ਇਹਦੇ ਤੇ ਕੰਨ ਲਗਾਏ। ਠੀਕ ਹੈ, ਅੱਛਾ, ਦਿਲਚਸਪ ਗੱਲ ਹੈ ਵੇ ਕਿ ਬਾਈਬਲ ਮੁਕੱਦਸ ਜਿਹੜੀ ਹੈ, ਜਦੋਂ ਖੁਦਾ ਕਮਿਊਨੀਕੇਟ ਕਰਦਾ ਨਾ ਕਿਸੇ ਚੀਜ਼ ਨੂੰ, ਜਦੋਂ ਖੁਦਾ ਆਪਣਾ ਪੈਗਾਮ ਦਿੰਦਾ ਵੇ, ਠੀਕ ਹੈ, ਤੇ ਬਾਈਬਲ ਦੱਸਦੀ ਹੈ ਕਿ ਖੁਦਾ ਬੜੇ ਤਰੀਕੇ ਇਸਤੇਮਾਲ ਕਰਦਾ ਹੈ। ਅਕਸਰ ਮੈਂ ਗੱਲ ਕਰਨਾ ਵਾ, ਮੇਰੇ ਇੱਕ ਦੋਸਤ ਆਏ ਇੰਗਲੈਂਡ ਤੋਂ, ਉਹਨਾਂ ਦਾ ਚਰਚ ਵੀ ਔਰ ਉਹ ਆਪਣਾ ਟੀਵੀ ਚੈਨਲ ਵੀ ਚਲਾਉਂਦੇ ਨੇ, ਤੇ ਉਹਨਾਂ ਮੈਨੂੰ ਕਿਹਾ ਜੀ ਕਿ ਮੈਨੂੰ ਇੰਟਰਵਿਊ ਦਿਓ, ਮੈਂ ਤੁਹਾਡਾ ਇੰਟਰਵਿਊ ਰਿਕਾਰਡ ਕਰਨਾ ਹੈ, ਤੇ ਖਾਸ ਤੌਰ ਤੇ ਮੀਡੀਆ ਜਿਹੜਾ ਵੇ ਉਹਦਾ ਕੀ ਕਿਰਦਾਰ ਹੈ। ਠੀਕ ਹੈ, ਖੁਦਾ ਦੀ ਖਿਦਮਤ ਲਈ ਮੈਂ ਉਹਨਾਂ ਨੂੰ ਇੱਕ ਮਿਸਾਲ ਦਿੱਤੀ। ਖੁਦਾ ਹਰ ਦੌਰ ਦੇ ਵਿੱਚ, ਵੇਖੋ ਮੀਡੀਆ ਦਾ ਪਰਪਸ ਕੀ ਹੈ ਕਿ ਮੈਸੇਜ ਨੂੰ ਕੀ ਕਰਨਾ, ਕਮਿਊਨੀਕੇਟ ਕਰਨਾ, ਮੈਸੇਜ ਤੱਕ ਅੱਗੇ ਪਹੁੰਚਾਉਣਾ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੁਣ ਸਕਣ। ਬਾਈਬਲ ਮੁਕੱਦਸ ਸਾਨੂੰ ਦੱਸਦੀ ਹੈ ਕਿ ਖੁਦਾ ਨੇ ਹਰ ਦੌਰ ਦੇ ਵਿੱਚ ਜਿਹੜੀ ਕਟਿੰਗ ਐਜ ਟੈਕਨੋਲੋਜੀ ਸੀ, ਜਿਹੜੀ ਸਾਰਿਆਂ ਨਾਲੋਂ ਐਡਵਾਂਸ ਟੈਕਨੋਲੋਜੀ ਸੀ, ਜਿਹੜੀ ਉਸ ਟਾਈਮ ਸਾਰਿਆਂ ਨਾਲੋਂ ਲੇਟੈਸਟ ਟੈਕਨੋਲੋਜੀ ਸੀ ਕਮਿਊਨੀਕੇਟ ਕਰਨ ਲਈ, ਖੁਦਾ ਨੇ ਹਮੇਸ਼ਾ ਉਹ ਇਸਤੇਮਾਲ ਕੀਤੀ ਹੈ। ਠੀਕ ਹੈ, इब्रानियों का खादा मुसन्नफ कहता वे कि अगले जमाना में खुदा बाप ने हिस्सा हिस्सा और तरह ब तरह हमसे नबियों की मार्फत की कीता, कलाम कीता। ठीक है जी, सानू कम्युनिकेट कीता, सानू कलाम पहुंचाया। लेकिन तुसी वेखोगे ਅੱਜ ਅਸੀਂ ਗੱਲ ਕਰ ਰਹੇ ਹਾਂ ਟੈਬਲੇਟ ਦੀ, ਔਰ ਅਸੀਂ ਗੱਲ ਕਰ ਰਹੇ ਹਾਂ ਕਲਾਊਡ ਡਾਟਾ, ਔਰ ਅਸੀਂ ਗੱਲ ਕਰ ਰਹੇ ਹਾਂ ਜਨਾਬ ਕਿ ਡਾਊਨਲੋਡ ਕਰਨਾ, ਔਰ ਜਨਾਬ ਡਾਟਾ ਸਾਰਾ। ਕਿਸੇ ਬੰਦੇ ਨੇ ਬੜੀ ਅੱਛੀ ਮੀਮ ਬਣਾਈ, ਉਹ ਮੀਮ ਉਹਨੇ ਕੀ ਬਣਾਈ, ਉਹਨੇ ਬਣਾਇਆ ਮੂਸਾ ਜਿਹੜਾ ਵੇ ਨਾ ਖੁਦਾ ਦੇ ਕੋਲੋਂ ਡਾਟਾ ਡਾਊਨਲੋਡ ਕਰਨ ਡਿਆ ਵੇ ਟੈਬਲੇਟ ਦੇ ਵਿੱਚ। ਠੀਕ ਹੈ, ਕਿ ਖੁਦਾ ਉਹਨੂੰ ਟੈਬਲੇਟਸ ਦੇ ਉੱਤੇ ਕਲਾਊਡ ਦੇ ਵਿੱਚੋਂ 10 ਹੁਕਮਾਂ ਦਾ ਡਾਟਾ ਡਾਊਨਲੋਡ ਕਰਕੇ ਦੇ ਰਿਹਾ ਵੇ। ਠੀਕ ਹੈ, ਸੋ ਦੈਟ ਵਾਸ ਅ ਮੀਮ, ਕਿਸੇ ਨੇ ਮੀਮ ਬਣਾਈ ਹੋਈ, ਸੋਸ਼ਲ ਮੀਡੀਆ ਤੇ ਲਾਈ ਹੋਈ। ਠੀਕ ਹੈ, ਮਤਲਬ ਕਹਿੰਦਾ ਹੈ ਕਿ ਉਸ ਟਾਈਮ ਮੂਸਾ ਦੇ ਦੌਰ ਦੇ ਵਿੱਚ ਤਕਰੀਬਨ 1200-1300 ਸਾਲ ਕਬਲ ਅਜ਼ ਮਸੀਹ, ਅੱਜ ਤੋਂ ਕੋਈ 3500-4000 ਸਾਲ ਪਹਿਲਾਂ,
ਲਿਖਾਈ ਜਿਹੜੀ ਸੀ, that was the modern technology ਜਿਹਨੂੰ ਖੁਦਾ ਨੇ ਇਸਤੇਮਾਲ ਕੀਤਾ, ਔਰ ਮੂਸਾ ਨੇ ਉਸ ਚੀਜ਼ ਨੂੰ ਲਿਖਿਆ ਪੱਥਰ ਦੀਆਂ ਲੋਹਾਂ ਦੇ ਉੱਤੇ, ਮੂਸਾ ਨੇ ਉਹਨੂੰ ਇਨਗ੍ਰੇਵ ਕੀਤਾ। so that was the cutting edge technology। ਠੀਕ ਹੈ, ਇਹਦੇ ਬਾਅਦ ਤੁਸੀਂ ਵੇਖੋਗੇ ਕਿ ਖੁਦਾ ਨੇ ਸਿੰਬਲਿਜ਼ਮ ਯੂਜ਼ ਕੀਤਾ ਵੇ, ਖੁਦਾ ਨੇ ਮਿਊਜ਼ਿਕ ਯੂਜ਼ ਕੀਤਾ ਵੇ, ਖੁਦਾ ਨੇ ਆਰਟ ਬੜਾ ਯੂਜ਼ ਕੀਤਾ ਵੇ। ਸਾਰਾ ਹੈਕਲ, ਸਾਰਾ ਉਹਦਾ ਸਿਸਟਮ ਜਿਹੜਾ ਸੀ, ਹਰ ਚੀਜ਼ ਕਮਿਊਨੀਕੇਟ ਕਰਦੀ ਸੀ ਖੁਦਾ ਦੇ ਵੱਲ, ਖੁਦਾ ਦੇ ਮੈਸੇਜ ਨੂੰ। ਅਯੂਬ ਸਾਨੂੰ ਇੱਕ ਹੋਰ ਬੜਾ ਅਹਿਮ ਖੁਦਾ ਦਾ ਕਮਿਊਨੀਕੇਸ਼ਨ ਮੋਡ ਦੱਸਦਾ ਵੇ, ਔਰ ਉਹ ਕੀ ਹੈ। ਅਯੂਬ ਕਹਿੰਦਾ ਵੇ ਜੀ, ਮੇਰੇ ਖਿਆਲ 22 ਬਾਬ ਜਾਂ 23 ਬਾਬ, ਮੈਂ ਤੁਹਾਨੂੰ ਬਾਅਦ ਚ ਦੱਸਾਂਗਾ, ਲੇਕਿਨ ਅਯੂਬ ਕਹਿੰਦਾ ਵੇ ਜੀ ਖੁਦਾ ਇੱਕ ਵਾਰ ਨਹੀਂ ਬਲਕਿ 2 ਵਾਰ ਬੋਲਦਾ ਵੇ। ਔਰ ਉਹ ਕੀ ਤਰੀਕਾ ਕਰ ਇਸਤੇਮਾਲ ਕਰਦਾ ਹੈ, ਕਹਿੰਦਾ ਜੀ ਪਹਿਲਾ मीडियम है खुदा दा ख्वाब में और रात की रोया में। कहता जी ए प्राइमरी मीडियम है, खुदा ख्वाब के जरिए और रात दी रोया जरिए बोलता है। लेकिन सैकंड मीडियम की दसदा वे, सैकंड मीडियम आंदा वे कि खुदा जो सानू दुखां चों गुजारदा वे, जो खुदा सानू मुसीबतां चों गुजारदा वे, जो खुदा सानू बीमारियां चों गुजारदा वे, आंदा यहाँ तक कि साडी जान जिहड़ी है वो खान पीन तो भी जिहड़ी ना आजिज़ हो जाती है, साडा जिस्म बिस्तर ते पिया पिया जिहड़ा वे ना आकड़ जांदा वे। आंदा उदों खुदा की करदा वे, बोलदा वे, उदों खुदा साडे भेद खोलदा वे, उदों खुदा साडे कंन खोलदा वे। ठीक है, सो देयर आर वेरीअस वेज टू कम्युनिकेट। सो कहंदे जी कि मैं हुण जिहड़ा गल मैं कर लगा वां, जिहड़ी मैं तुहानूं कहण लगा कि ध्यान नाल सुनो ते ओनूं रिस्पोंड करो, ਉਹ ਕਹਿੰਦੇ ਜੀ ਉਹਦੇ ਲਈ ਮੈਂ ਹੁਣ ਮੀਡੀਅਮ ਕੀ ਯੂਜ਼ ਕਰਾਂਗਾ। what would be the medium for the message? okay, so मीडियम की यूज करने लगा जी। तीसरी आयत की कह रही है, मेरे मुंह से हिकमत की क्या निकलेंगी बातें, विजडम। ओके, जरा पढ़े ਤੁਹਾਡੇ ਕੋਲ ਹਿੰਦੀ ਪੰਜਾਬੀ ਚ ਕੀ ਹੈ ਤੀਸਰੀ ਆਇਤ। ਮੇਰੇ ਮੂੰਹ ਵਿੱਚੋਂ ਬੁੱਧ ਦੀਆਂ ਗੱਲਾਂ ਨਿਕਲਣਗੀਆਂ ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ। ਓਕੇ ਜੀ, ਨੰਬਰ 1 ਬੁੱਧ ਦੀਆਂ ਯਾਨੀ ਬੁੱਧੀ ਦੀਆਂ, ਵਿਜ਼ਡਮ। ਠੀਕ ਹੈ, ਮੇਰੇ ਮਨ ਦਾ ਵਿਚਾਰ ਕੀ ਹੋਏਗਾ ਅੰਕਲ ਜੀ, ਕੀ ਲਫ਼ਜ਼ ਹੈ? ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ, ਗਿਆਨ ਦਾ ਹੋਵੇਗਾ। ਓਕੇ ਜੀ, ਓਕੇ ਜੀ, ਠੀਕ ਹੈ। ਸਿਸਟਰ ਜੀ ਤੁਹਾਡੇ ਕੋਲ ਕੀ ਲਫ਼ਜ਼ ਹੈ? ਮੇਰੇ ਮੂੰਹ ਦੇ ਬੋਲ ਗਿਆਨ ਭਰਪੂਰ ਹੋਣਗੇ ਅਤੇ ਮੇਰੇ ਮਨ ਦੇ ਵਿਚਾਰ ਗੰਭੀਰਤਾ ਵਾਲੇ। ਗੰਭੀਰਤਾ, ਵਾਹ ਵਾਹ, ਓਕੇ। ਗੰਭੀਰਤਾ ਮਤਲਬ ਡੀਪ ਥਾਟ। ਓਕੇ, ਸਰਫੇਸ ਥਾਟ ਨਹੀਂ ਹੈ, ਇਟਸ ਡੀਪ ਡਾਈਵ ਹੈ। ਐਂਡ ਜੀ ਹੈ ਕਿ ਜਿਵੇਂ ਕੋਈ ਜਿਹੜਾ ਸੀ ਡਾਈਵਰ ਹੈ ਨਾ, ਸੀ ਡਾਈਵਰ ਡਾਈਵ ਲਾ ਕੇ ਥੱਲੇ ਔਰ ਜਾ ਕੇ ਕੋਈ ਮੋਤੀ ਲੱਭ ਕੇ ਲਿਆਏ। ਮੇਰੇ ਤੁਹਾਡੇ ਵਰਗੇ ਅਸੀਂ ਤੇ ਜਾਣੇ ਆ ਨਾ ਸਮੁੰਦਰ ਤੇ ਪੈਰ ਗਿੱਲੇ ਕਰਕੇ ਵਾਪਸ ਆ ਜਾਂਦੇ ਆ, ਠੀਕ ਹੈ ਨਾ, ਅਸੀਂ ਇੰਨੇ ਜੀ ਖੁਸ਼ ਹੋ ਜਾਂਦੇ ਆ। ਠੀਕ ਹੈ ਨਾ, ਇੱਕ ਬੰਦਾ ਸੀ ਨਾ, ਕਿਸੇ ਮਿਸਾਲ ਸਾਨੂੰ ਸੁਣਾਈ, ਉਹਨੇ ਕਿਹਾ ਜੀ ਇੱਕ ਬੰਦਾ ਸੀ ਤੇ ਉਹ ਠੰਡ ਵਿੱਚ ਨਾ, ਉਹਨੂੰ ਠੰਡ ਨਹਾਉਂਦਾ ਨਹੀਂ ਸੀ। ਠੀਕ ਹੈ ਨਾ, ਤੇ ਉਹਨੂੰ ਕਿਸੇ ਨੇ ਕਿਹਾ ਕਿ ਬਈ ਕਿਸੇ ਨਾ ਸਵੇਰੇ ਸਵੇਰੇ ਗਿਆ ਇਸ਼ਨਾਨ ਕਰਨ, ਤੇ ਉਹ ਜਦੋਂ ਉਹਨੂੰ ਜ਼ਰਾ ਕੋ ਉਹਨੇ ਪੈਰ ਲਾਇਆ ਨਾ, ਪੱਬ ਲਾਇਆ, ਠੰਡ ਲੱਗੀ, ਝੁਰਜੀ ਲੱਗੀ, ਵਾਪਸ ਹੋ ਪਿਆ। ਤੇ ਉਹ ਆਂਦਾ, ਇੱਕ ਆਂਦਾ ਜੀ ਕਿ ਭਾਈ ਜੀ ਨਹਾਤੇ ਕਿਉਂ ਨਹੀਂ? ਉਹ ਆਂਦਾ ਜੀ ਪੱਬ ਨਹਾਤਾ ਤੇ ਸਭ ਨਹਾਤਾ। ਠੀਕ ਹੈ ਨਾ, ਮਤਲਬ ਮੈਂ ਪੱਬ ਡਬੋ ਲਿਆ ਤੇ ਮੈਂ ਸਭ ਕੁਝ ਨਹਾ ਲਿਆ, ਆਈ ਐਮ ਗੁੱਡ। ਠੀਕ ਹੈ ਨਾ, ਮੈਂ ਚੱਲਾਂ ਘਰ, ਮੈਂ ਨਹੀਂ ਨਹਾਣਾ ਹੁਣ ਠੰਡ ਦੇ ਵਿੱਚ। ਠੀਕ ਹੈ, ਸੋ ਗੰਭੀਰਤਾ ਡੀਪ ਡਾਈਵ, ਡੀਪ ਡਾਈਵ। ਸੋ ਦੋ ਚੀਜ਼ਾਂ ਨੇ। ਅੱਛਾ, ਇਹ ਤੇ ਹੋ ਗਿਆ ਸਬਜੈਕਟ। ਠੀਕ ਹੈ, ਹੁਣ ਉਹ ਇਹ ਦੋ ਗੱਲਾਂ ਨੂੰ, ਗੰਭੀਰਤਾ ਨੂੰ, ਗਿਆਨ ਨੂੰ ਤੇ ਬੁੱਧੀ ਨੂੰ ਤੇ ਹਿਕਮਤ ਨੂੰ ਤੇ ਖਿਰਦ ਲਈ ਉਹ ਮੀਡੀਅਮ ਕੀ ਯੂਜ਼ ਕਰੇਗਾ। ਅਗਲੀ ਚੌਥੀ ਆਇਤ ਕਿਵੇਂ ਕੀ ਕਹਿ ਰਹੀ? ਹਾਂਜੀ, ਪੜ੍ਹੋ ਜ਼ਰਾ। ਮੈਂ ਆਪਣਾ ਕੰਨ ਦ੍ਰਿਸ਼ਟਾਂਤ ਵੱਲ ਲਾਵਾਂਗਾ, ਕਿਹਦੇ ਵੱਲ? ਪਰਬਤ ਨਾਲ ਆਪਣਾ ਭੇਦ ਖੋਲਾਂ। ਅੰਕਲ ਜੀ ਦੁਬਾਰਾ ਪੜ੍ਹੋ ਜ਼ਰਾ। ਦ੍ਰਿਸ਼ਟਾਂਤ, ਦ੍ਰਿਸ਼ ਬੜਾ ਮੁਸ਼ਕਲ। ਮੈਂ ਆਪਣਾ ਕੰਨ ਦ੍ਰਿਸ਼ਟਾਂਤ ਵੱਲ ਲਾਵਾਂਗਾ। ਓਕੇ, ਦ੍ਰਿਸ਼ਟਾਂਤ, ਵਾਹ ਵਾਹ, ਇਹ ਬੜਾ ਮੁਸ਼ਕਲ ਲਫ਼ਜ਼ ਹੈ। ਐਨੀਵੇ, ਓਕੇ ਜੀ, ਤੁਹਾਡੇ ਕੋਲ ਕੀ ਹੈ ਜੀ? ਮੈਂ ਗੂੜੇ ਰੂਪ ਕਥਾਵਾਂ ਤੇ ਕੰਨ ਲਾਵਾਂਗਾ ਅਤੇ ਪਰਬਤ ਵਜਾਉਂਦਿਆਂ ਗੂੜੀ ਰੂਪ ਕਥਾਵਾਂ। ਇਹ ਵੀ ਬੜਾ ਮੁਸ਼ਕਲ ਲਫ਼ਜ਼। ਪੈਰਲਲ ਸੀ ਨਾ, ਜਿੱਦਾਂ ਯਿਸੂ ਦੀ ਗੱਲਾਂ ਨੂੰ ਸਮਝਾਉਂਦੇ ਸੀ, ਓਕੇ, ਉਹ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਸੀ ਵੱਖਰੇ। that is the meaning of that. ਓਕੇ, ਮਤਲਬ ਹਿੰਦੀ ਮੈਨੂੰ ਪੰਜਾਬੀ ਸਮਝ ਨਹੀਂ ਆਈ, ਲੇਕਿਨ ਇੱਥੇ ਲਿਖਿਆ ਹੈ ਤਮਸੀਲ। ਠੀਕ ਹੈ, ਪੈਰਾਬਲ, ਤਮਸੀਲਾਂ। ਠੀਕ ਹੈ, ਤਮਸੀਲ ਹੈ, ਪੈਰਾਬਲ ਹੈ। ਔਰ ਇੱਕ ਹੋਰ ਲਫ਼ਜ਼ ਹੈ ਉਹ ਵੇ ਮੁਅੱਮਾ, ਜਿਹਨੂੰ ਰਿਡਲ ਕਿਹਾ ਜਾਂਦਾ ਵੇ। ਠੀਕ ਹੈ ਨਾ, ਜਿਹਨੂੰ ਰਿਡਲ ਕਿਹਾ ਜਾਂਦਾ ਨਾ, ਮਤਲਬ ਮੁਅੱਮਾ ਬਿਆਨ ਕਰਨਾ ਕਿ ਜੀ ਇਹ ਕੀ ਸ਼ੈ ਵੇ। ਠੀਕ ਹੈ ਨਾ, ਇਹਨੂੰ ਮੁਅੱਮਾ। ਸੋ ਤਰੀਕਾ ਕਰਕੇ ਇਸਤੇਮਾਲ ਹੋ ਰਿਹਾ ਵੇ। ਮੈਸੇਜ ਕੀ ਜਾਏਗਾ? ਗਿਆਨ, ਬੁੱਧੀ, ਗੰਭੀਰਤਾ, ਹਿਕਮਤ। ਲੇਕਿਨ ਕਿਵੇਂ? डायरेक्ट 3rd ग्रेड 4th ग्रेड लेवल दी नहीं है। ओके,
This is beyond. This is kind of a, you have to solve the problem. This is the kind of, you have to go deep down, और ਤੁਹਾਨੂੰ surface level ਤੋਂ ਹਟ ਕੇ ਜਾਣਾ ਪੈਣਾ ਵੇ. Okay, that's the idea. ਔਰ ਇਹ ਆਈਡੀਆ ਜਿਹੜਾ ਵੇ, ਇਹ ਜਿਹੜਾ ਤਰੀਕਾਕਾਰ ਸੀ ਸਿਖਾਉਣ ਦਾ, ਇਹ ਪ੍ਰਾਇਮਰੀ ਜਾਂ ਮਿਡਲ ਸਕੂਲ ਲੈਵਲ ਦਾ ਨਹੀਂ ਹੈ. Okay, that is beyond. That is for the mature people. ਇਸ ਲਈ ਤੁਸੀਂ ਵੇਖੋਗੇ ਕਿ ਜਿਹੜੀ ਹਿਕਮਤ ਹੈ ਉਹ ਤਮਸੀਲ, ਰਿਡਲ, ਮੁਅੱਮਾ ਬਿਆਨ ਕਰਨ ਲਈ ਕੌਣ ਯੂਜ਼ ਕਰਦੇ ਹਨ? ਨੰਬਰ 1, ਜਾਂ ਤੇ ਇਹਨੂੰ ਯੂਜ਼ ਕਰਦੇ ਹਨ ਫਿਲਾਸਫਰਸ, ਜਾਂ ਫਿਰ ਬੜੇ ਪਹੁੰਚੇ ਹੋਏ, ਜਿਹਨੂੰ ਅਸੀਂ ਕਹਿੰਦੇ ਨਾ ਬੜਾ ਪਹੁੰਚਿਆ ਬੰਦਾ ਜਨਾਬ, ਠੀਕ ਹੈ ਨਾ, ਬੜਾ ਪਹੁੰਚਿਆ ਪੀਰ ਹੈ ਜਾਂ ਬੜਾ ਪਹੁੰਚਿਆ ਬਜ਼ੁਰਗ ਹੈ, ਠੀਕ ਹੈ ਨਾ, ਜਾਂ ਉਹ ਲੋਕ ਹੁੰਦੇ ਹਨ ਕਿ ਜਿਹੜੇ ਜਿਵੇਂ ਗੌਤਮ ਬੁੱਧਾ, ਠੀਕ ਹੈ ਨਾ, ਜਿਵੇਂ ਬੁੱਧੀ ਉਹਦਾ ਲਫ਼ਜ਼ ਦੀ ਬੁੱਧੀ ਜਿਹੜਾ ਬੁੱਧਾ ਤੋਂ ਕਿ ਉਹ ਅਵੇਕਨ ਹੋ ਗਿਆ, ਉਹਦੀ ਬੁੱਧੀ ਖੁੱਲ ਗਈ, ਠੀਕ ਹੈ ਨਾ। ਉਹਦੇ ਬਾਅਦ ਜਾਂ ਫਿਰ ਇਹਨੂੰ ਯੂਜ਼ ਕਰਦੇ ਹਨ ਲਾਵੀ ਤੇ, ਕਿਉਂਕਿ ਉਹ ਜਦੋਂ ਪੋਇਟਰੀ ਲਿਖਦੇ ਹਨ ਤੇ ਪੋਇਟਰੀ ਦੇ ਵਿੱਚ ਸਿੰਬੋਲਿਕ ਲੈਂਗੁਏਜ ਯੂਜ਼ ਕਰਦੇ ਹਨ, ਇਮੇजेस ਯੂਜ਼ ਕਰਦੇ ਹਨ, ਠੀਕ ਹੈ। ਔਰ ਜਾਂ ਫਿਰ ਇਹਨੂੰ ਯੂਜ਼ ਕਰਦੇ ਹਨ ਕਾਹਿਨ, ਪ੍ਰੀਸਟ ਜਾਂ ਫਿਰ ਥਿਓਲੋਜੀਅਨਸ ਜਿਹੜੇ ਹਨ, ਮਤਲਬ ਜਿਹੜੇ ਹਾਈਲੀ ਸਕਿਲਡ, ਹਾਈਲੀ ਐਜੂਕੇਟਡ, ਹਾਈਲੀ ਜਿਹੜੇ ਲੋਕ ਹੁੰਦੇ ਹਨ, ਉਹ ਐਕਚੁਅਲੀ ਇਹ ਤਰੀਕਾਕਾਰ ਇਸਤੇਮਾਲ ਕਰਦੇ ਹਨ। ਸਾਡੇ ਅੱਜ ਦੇ ਜ਼ਬੂਰ ਦੇ ਵਿੱਚ ਜਿਹੜੀ ਸੈਕੰਡ ਕੈਟਾਗਰੀ ਨਾ ਲਾਵੀਆਂ ਦੀ ਤੇ ਸਿੰਗਰਸ ਦੀ, ਉਹਨੇ ਇਹ ਵੀ ਤਰੀਕਾਕਾਰ ਕੀ ਕੀਤਾ ਵੇ, ਇਸਤੇਮਾਲ ਕੀਤਾ ਵੇ, ਠੀਕ ਹੈ। ਸੋ ਇਹ ਤਰੀਕਾਕਾਰ ਕੌਣ ਇਸਤੇਮਾਲ ਕਰਦੇ ਹਨ? ਰੈਬਾਈਸ, ਸੇਜਸ, ਟੀਚਰਸ, ਲੀਵਾਈਟਸ, ਪ੍ਰੀਸਟ, ਮਤਲਬ ਹਾਇਰ ਅਥਾਰਟੀ, ਹਾਇਰ ਲੋਕ ਜਿਹੜੇ ਹਨ, ਜਿਹੜੇ ਸਰਟਨ ਲੈਵਲ ਕ੍ਰਾਸ ਕਰਕੇ ਕਿਸੇ ਮਕਾਮ ਤੇ ਕੀ ਹੁੰਦੇ ਹਨ, ਪਹੁੰਚੇ ਹੁੰਦੇ ਹਨ, ਠੀਕ ਹੈ। ਇਸ ਲਈ ਤੁਸੀਂ ਵੇਖੋਗੇ ਖੁਦਾਵੰਦ ਯਿਸੂ ਮਸੀਹ ਨੇ ਵੀ ਸੇਮ ਤਰੀਕਾ ਇਸਤੇਮਾਲ ਕੀਤਾ, ਰੱਬੈਨਿਕਲ ਟ੍ਰੈਡੀਸ਼ਨ ਨੂੰ ਫੋਲੋ ਕਰਦਿਆਂ ਹੋਇਆ। ਤੇ ਯਿਸੂ ਮਸੀਹ ਤੁਹਾਨੂੰ ਵੇਖਿਆ ਹੋਏਗਾ ਕਿ ਕੋਈ ਵੀ ਕੋਈ ਨੂੰ ਸਵਾਲ ਪੁੱਛਦਾ ਹੀ, ਯਿਸੂ ਮਸੀਹ ਨੂੰ ਕੋਈ ਗੱਲ ਪੁੱਛਦੇ ਹਨ, ਯਿਸੂ ਮਸੀਹ ਨੂੰ ਕੋਈ ਮਸਲਾ ਦੱਸਦੇ ਹਨ, ਯਿਸੂ ਮਸੀਹ ਕੀ ਸੁਣਾਉਂਦੇ ਹਨ? ਸਟੋਰੀ, ਤਮਸੀਲ, ਕੋਈ ਨਾ ਕੋਈ ਸਵਾਲ ਉਲਟਾ। ਯਾਨੀ ਯਿਸੂ ਮਸੀਹ ਨੇ ਕਦੀ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ, ਸਵਾਲ ਦਾ ਜਵਾਬ ਯਿਸੂ ਮਸੀਹ ਹਮੇਸ਼ਾ ਸਵਾਲ ਕਰਦੇ ਹਨ, ਠੀਕ ਹੈ ਨਾ। ਜਾ ਕੇ ਦਾ ਮਤਲਬ ਉਹ ਆਂਦਾ, ਇਹਦਾ ਮਤਲਬ ਕੀ ਹੈ, ਜਾ ਕੇ ਪਤਾ ਕਰਕੇ ਆ, ਠੀਕ ਹੈ। ਸ਼ਰਾ ਦੇ ਆਲਮ ਆ ਗਏ, ਉਹ ਰਾਤ ਨੂੰ ਆ ਗਿਆ ਨਿਕੋਦੀਮਸ, ਜਿਸ ਨੂੰ ਕਿਹਾ ਤੂੰ ਉਸਤਾਦ ਹੋ ਕੇ ਤੈਨੂੰ ਪਤਾ ਨਹੀਂ ਨਵੇਂ ਸਿਰੇ ਦੀ ਪੈਦਾਇਸ਼ ਕੀ ਹੈ, ਤੂੰ ਕਰ ਉਸਤਾਦ ਹੈ, ਠੀਕ ਹੈ। ਯਾਨੀ ਯਿਸੂ ਮਸੀਹ ਹਮੇਸ਼ਾ ਤਮਸੀਲ ਸੁਣਾਈ। ਸ਼ਾਗਿਰਦਾਂ ਨੇ ਪੁੱਛਿਆ ਕਿ ਖੁਦਾਵੰਦ ਤੂੰ ਸਿੱਧੇ ਜਵਾਬ ਦਿਆ ਕਰ, ਆਮ ਪਬਲਿਕ ਉਹਨੂੰ ਪਤਾ ਤੇ ਹੈ ਕੋਈ ਨਹੀਂ ਵਿਚਾਰੇ, ਤੈਨੂੰ ਬੰਦਾ ਗੱਲ ਜਿਹੜਾ ਵੇ ਮਟਰ ਪੁੱਛਦਾ ਵੇ, ਜਵਾਬ ਉਹਨੂੰ ਆਲੂ ਦੇ ਖੜਨਾ, ਠੀਕ ਹੈ ਨਾ। ਉਹ ਤੈਨੂੰ ਪੁੱਛਦਾ ਵੇ ਕਿ ਜੀ ਸ਼ਮਾਲ ਕਿੱਧਰ ਹੈ, ਤੂੰ ਕਹਿੰਦਾ ਜੀ ਜਾਂ ਜਨੂਬ ਵੱਲ ਟੁਰ ਜਾ, ਠੀਕ ਹੈ ਨਾ। ਮਤਲਬ ਯਿਸੂ ਮਸੀਹ ਹਮੇਸ਼ਾ ਰਿਡਲ ਤਮਸੀਲ ਯੂਜ਼ ਕਰਦੇ ਹਨ। ਯਿਸੂ ਮਸੀਹ ਨੇ ਜਵਾਬ ਕੀ ਦਿੱਤਾ? ਮੱਤੀ ਦੀ ਇੰਜੀਲ 13 ਬਾਬ ਪੜੋ ਜੀ ਜਰਾ। Why he was using the same method and medium? What was the purpose? Matthew chapter 13. ਮੈਥਿਊ ਦੀ ਉਹਦਾ ਚੈਪਟਰ 13 ਤੇ ਉਹਦੀ 10 ਤੇ 11 ਆਇਤ। ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹਨੂੰ ਕਿਹਾ, ਤੂੰ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ? ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ। Okay ਜੀ, interestingly, thank you. So riddles, ਤਮਸੀਲਾਂ, ਸਟੋਰੀ ਜਿਹੜੀਆਂ ਨੇ, ਜਿਹੜੀਆਂ ਖੁਦਾਵੰਦ ਯਿਸੂ ਮਸੀਹ ਨੇ ਇਸਤੇਮਾਲ ਕੀਤੀਆਂ ਨੇ, ਉਹ ਕੀ ਅਸਲ ਵਿੱਚ ਆਸਮਾਨ ਦੀ ਬਾਦਸ਼ਾਹੀ ਦੇ ਭੇਦ ਨੇ। They are the mysteries of kingdom of the heaven. ਯਿਸੂ ਮਸੀਹ ਕਹਿੰਦੇ ਨੇ ਕਿ ਉਹਨਾਂ ਭੇਦਾਂ ਦੀ ਤੁਹਾਨੂੰ ਤਾਂ ਸਮਝ ਮੈਂ ਦਿੱਤੀ ਹੈ, ਤੁਹਾਡੇ ਕੋਲ ਚਾਬੀ ਹੈ ਵੇ ਕਿਵੇਂ ਖੋਲਣਾ ਹੈ, ਠੀਕ ਹੈ ਨਾ। ਆਮ ਪਬਲਿਕ ਕੋਲ ਕੋਈ ਨਹੀਂ ਹੈ, ਠੀਕ ਹੈ। ਸੋ ਯਿਸੂ ਮਸੀਹ ਦੀਆਂ ਜਿਹੜੀਆਂ ਤਮਸੀਲਾਂ ਨੇ, they are the keys to unlock kingdom mysteries. Okay, ਸੋ ਔਰ ਖੁਦਾਵੰਦ ਯਿਸੂ ਮਸੀਹ ਨੇ ਅੱਜ ਮੈਂ ਔਰ ਤੁਸੀਂ ਜਦੋਂ ਅਸੀਂ ਤਮਸੀਲਾਂ ਪੜ੍ਹਨੇ ਆ, ਯਿਸੂ ਮਸੀਹ ਨੇ ਮੈਨੂੰ ਤੇ ਤੁਹਾਨੂੰ ਮੁਬਾਰਕ ਕਿਹਾ ਵੇ ਸ਼ਾਗਿਰਦਾਂ ਦੇ ਨਾਲ। ਕਿਵੇਂ? ਜ਼ਰਾ 16ਵੀਂ ਆਇਤ ਪੜ੍ਹੋ ਜ਼ਰਾ। ਪਰ ਧੰਨ ਤੁਹਾਡੀਆਂ ਅੱਖੀਆਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ। ਹਾਂਜੀ, ਕੈਰੀ ਔਨ। ਕਿਉਂਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਬਥੇਰੇ ਨਬੀ ਅਤੇ ਧਰਮੀ ਲੋਚਦੇ ਸਨ, ਭਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ, ਪਰ ਨਾ ਵੇਖਿਆ, ਅਤੇ ਜੋ ਕੁਝ ਸੁਣਦੇ ਹੋ ਸੋ ਸੁਣਨ, ਪਰ ਨਾ ਸੁਣਿਆ। Interestingly,
ਬੜੇ ਬੜੇ ਧਰਮੀਆਂ, ਬੜੇ ਬੜੇ ਨਬੀਆਂ ਤੇ ਬੜੇ ਬੜੇ ਰਾਸਤਬਾਜ਼ਾਂ ਨੂੰ ਆਰਜ਼ੂ ਸੀ ਅੰਦਰ, ਬਰਨਿੰਗ ਖਾਹਿਸ਼ ਸੀ ਅੰਦਰ ਅੰਦਰ ਅੰਦਰ, ਡੀਪ ਡਿਜ਼ਾਇਰ ਸੀ ਕਿ ਜਿਹੜੀਆਂ ਗੱਲਾਂ ਤੁਸੀਂ ਸੁਣਦੇ ਹੋ ਉਹ ਸੁਣਨ। ਪਰ ਮੇਰੇ ਜੀਜੋ, ਮੈਂ ਔਰ ਤੁਸੀਂ ਅੱਜ ਅੰਜੀਲਾਂ ਰੱਖਦਿਆਂ ਹੋਇਆਂ ਖੁਦਾ ਦੀ ਬਾਦਸ਼ਾਹੀ ਦੇ ਭੇਦ ਸਾਨੂੰ ਦਿੱਤੇ ਗਏ ਨੇ। ਅਸੀਂ ਕਿੱਡੇ ਮੁਬਾਰਕ ਹਾਂ ਕਿ ਯਿਸੂ ਮਸੀਹ ਆਪਣੇ ਸ਼ਾਗਿਰਦਾਂ ਦੇ ਨਾਲ ਸਾਨੂੰ ਵੀ ਮੁਬਾਰਕ ਕਿਹਾ ਕਿ ਉਹ ਗੱਲਾਂ ਜਿਹੜੀਆਂ ਉਹ ਚਾਹੁੰਦੇ ਹਨ ਉਹ ਮੈਂ ਔਰ ਤੁਸੀਂ ਸੁਣਨੇ ਆ ਪਏ। ਠੀਕ ਹੈ ਨਾ। ਸੋ ਅੱਜ ਹਾਂ ਵੇਖਿਆ ਵੇ ਕਿ ਜਿਹੜਾ ਇਹ ਮੈਥਡ ਹੈ ਕਮਿਊਨੀਕੇਟ ਕਰਨ ਦਾ, ਖੁਦਾ ਦੇ ਭੇਦ, ਅਸਮਾਨ ਦੀ ਬਾਦਸ਼ਾਹੀ ਦੀਆਂ ਗੱਲਾਂ, ਰਿਡਲਸ, ਤਮਸੀਲ, ਪੋਇਟਰੀ, ਇਮੇਜ, ਸਿੰਬਲਿਜ਼ਮ, ਇਹ ਸਾਰੇ ਦਾ ਸਾਰਾ ਜਿਹੜਾ ਵੇ ਦਿਸ ਇਜ਼ ਅ ਪਾਰਟ ਆਫ ਅ ਕਮਿਊਨੀਕੇਸ਼ਨ ਮੋਡ ਐਂਡ ਕਮਿਊਨੀਕੇਸ਼ਨ ਮੈਥਡ। ਠੀਕ ਹੈ। ਐਸੇ ਮੈਥਡ ਦੇ ਵਿੱਚ ਜਿਹੜਾ ਅਸੀਂ ਅੱਜ ਗੱਲ ਕਰਨ ਲੱਗੇ ਹਾਂ ਉਹ ਕਲਾਮ ਐਕਚੁਅਲੀ ਹੈ ਕੀ ਹੈ, ਉਹਦਾ ਪੈਗਾਮ ਕੀ ਹੈ। ਪੈਗਾਮ ਉਹਦਾ ਇਹ ਵੇ ਕਿ ਕਦੀ ਵੀ ਦੁਨਿਆਵੀ ਦੌਲਤ, ਦੁਨਿਆਵੀ ਅਹੁਦੇ ਤੇ ਮਟੀਰੀਅਲਿਸਟਿਕ ਚੀਜ਼ਾਂ ਤੇ ਭਰੋਸਾ ਕਦੀ ਨਾ ਕਰੋ। ਨੰਬਰ 1। ਠੀਕ ਹੈ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਵੇ ਕਿ ਇਹਨਾਂ ਦਾ ਅਸਲ ਮਾਲਕ ਜਿਹੜਾ ਵੇ ਉਹ ਖੁਦਾ ਵੇ। ਜ਼ਮੀਨ ਤੇ ਅਗਰ ਕਿਸੇ ਨੂੰ ਦੌਲਤ, ਧਨ ਦੌਲਤ, ਰੁਪਇਆ, ਪੈਸਾ, ਗੱਡੀ, ਬੰਗਲਾ, ਅਮਰੀਕਨ ਪਾਸਪੋਰਟ ਜਾਂ ਯੂਰਪੀਅਨ ਪਾਸਪੋਰਟ, ਜਾਂ ਕੋਈ ਸੋਹਣੀ ਸ਼ਕਲ ਮਿਲ ਗਈ ਹੈ, ਜਾਂ ਕੋਈ ਆਪਣਾ ਨੌਲੇਜ ਮਿਲ ਗਿਆ ਵੇ, ਜਾਂ ਡਿਗਰੀਆਂ ਮਿਲ ਗਈਆਂ ਨੇ, ਜਾਂ ਤੁਹਾਡੇ ਬਿਜ਼ਨਸ ਤੁਰ ਪਏ ਨੇ, ਤੇ ਜਾਂ ਅੱਗੇ ਆਲ ਔਲਾਦ ਪੈਦਾ ਹੋ ਗਈ ਹੈ, ਤੇ ਮਾਰ ਜਨਾਬ ਤੁਸੀਂ ਬੰਦੇ ਨੂੰ ਬੰਦਾ ਹੀ ਨਾ ਸਮਝੋ। ਖੁਦਾ ਕਹਿਣ ਡਿਆ ਵੇ ਇਹ ਗੱਲ ਯਾਦ ਰੱਖੋ ਕਿ ਤੁਸੀਂ ਮਾਲਕ ਨਹੀਂ ਹੋ, ਤੁਸੀਂ ਮੁਖਤਾਰ ਹੋ, ਸਟੀਵਰਡ ਹੋ। ਜਦੋਂ ਮਰਜ਼ੀ ਮਾਲਕ ਪੁੱਛ ਲੇਗਾ, ਹਾਂ ਵੀ ਦੱਸ ਅਕਾਊਂਟ ਦੇ। ਠੀਕ ਹੈ। ਤੁਸੀਂ ਵੇਖੋਗੇ ਖੁਦਾਵੰਦ ਯਿਸੂ ਮਸੀਹ ਨੇ ਤਮਸੀਲ ਸੁਣਾਈ ਸੀ ਲੂਕਾ 18ਵੇਂ ਬਾਬ ਦੇ ਵਿੱਚ, ਫੂਲ, ਰਿਚ ਫੂਲ। ਠੀਕ ਹੈ ਨਾ। ਰਿਚ ਫੂਲ, ਉਹ ਕਹਿੰਦਾ ਸੀ ਜੀ ਮੇਰੇ ਕੋਲ ਬੜਾ ਮਾਲ ਹੈ, ਜਾਨ ਖਾ ਪੀ ਐਸ਼ ਕਰ। ਤੇ ਜਨਾਬ ਖੁਦਾ ਨੇ ਯਿਸੂ ਮਸੀਹ ਨੇ ਕੀ ਸੁਣਾਇਆ ਕਿ ਐ ਨਾਦਾਨ, ਉਹ ਫੂਲ, ਕਿਉਂਕਿ ਤੇਰੀ ਜਾਨ ਅੱਜ ਹੀ ਤੇਰੇ ਕੋ ਕੀ ਕਰ ਲਈ ਜਾਏਗੀ? ਤਲਬ। ਮਤਲਬ ਤਲਬ ਦਾ ਮਤਲਬ ਹੈ ਵੇ ਅਕਾਊਂਟ ਮੰਗਿਆ ਜਾਏਗਾ। ਤੇ ਅਕਾਊਂਟ ਕਿਹਦੇ ਕੋ ਮੰਗਿਆ ਜਾਂਦਾ ਵੇ? ਮਾਲਕ ਕੋਲੋਂ ਕਿ ਮਾਲਕ ਕੋਲੋਂ ਕਿ ਮੈਨੇਜਰ ਕੋਲੋਂ? ਮੈਨੇਜਰ ਕੋਲੋਂ। ਮੈਨੇਜਰ ਕੋਲੋਂ। ਓਕੇ। ਮਾਲਕ ਹਿਸਾਬ ਨਹੀਂ ਦਿੰਦਾ। ਓਕੇ। ਓਨਲੀ ਮੈਨੇਜਰਸ ਗਿਵ ਅਕਾਊਂਟੇਬਿਲਿਟੀ। ਠੀਕ ਹੈ। ਤੇ ਜਿਹੜਾ ਮੈਨੇਜਰ ਇਹ ਸਮਝੇ ਕਿ ਜੀ ਮੈਂ ਤਾਂ ਮਾਲਕ ਹਾਂ, ਠੀਕ ਹੈ, ਤੇ ਉਹ ਨੌਕਰਾਂ ਨੂੰ ਮਾਰਨਾ ਪਿੱਟਣਾ ਸ਼ੁਰੂ ਕਰ ਦੇ, ਜਿਹਦੀ ਮਰਜ਼ੀ ਬੇਇੱਜ਼ਤੀ ਕਰ ਦੇ, ਜਿਹਨੂੰ ਮਰਜ਼ੀ ਜਨਾਬ, ਜਿਹਨੂੰ ਮਰਜ਼ੀ ਲੱਤ ਮਾਰ ਦੇ, ਜਿਹਨੂੰ ਮਰਜ਼ੀ ਆਪਣਾ ਗਾਲ ਕੱਢ ਦੇ, ਜਿਹਨੂੰ ਮਰਜ਼ੀ ਜੋ ਮਰਜ਼ੀ ਕਰ ਦੇ। ਠੀਕ ਹੈ ਨਾ। ਤੇ ਜਦੋਂ ਮਾਲਕ, ਅਸਲੀ ਮਾਲਕ ਆਏਗਾ ਤਾਂ ਹਿਸਾਬ ਕਰੇਗਾ, ਹਾਂ ਭਾਈ ਅਕਾਊਂਟੇਬਿਲਿਟੀ ਲਿਆ। ਠੀਕ ਹੈ। ਅੱਜ ਦੇ ਦੌਰ 'ਚ ਅਸੀਂ ਵੇਖਦੇ ਹਾਂ ਬਹੁਤ ਸਾਰੇ ਲੋਕ ਨੇ, ਔਰ ਖਾਸ ਤੌਰ ਤੇ ਅਸੀਂ ਚੂੰਕਿ ਚਰਚ ਦੀ ਗੱਲ ਕਰਨ ਰਹੇ ਹਾਂ, ਕਲੀਸਿਆਵਾਂ ਦੇ ਵਿੱਚ ਵੀ ਇਹ ਰੁਝਾਨ ਆ ਗਿਆ ਵੇ, ਇਹ ਟ੍ਰੈਂਡ, ਇਹਨੂੰ ਅਸੀਂ ਕਹਿੰਦੇ ਹਾਂ, ਇਹ ਟ੍ਰੈਂਡ ਹੋ ਗਿਆ ਵੇ ਕਿ ਬਹੁਤ ਸਾਰੇ ਜਿਹੜੇ ਖਾਦਮ ਨੇ, ਬਹੁਤ ਸਾਰੇ ਜਿਹੜੇ ਪਾਦਰੀ ਨੇ, ਬਿਸ਼ਪ ਨੇ, ਚੇਅਰਮੈਨ ਨੇ, ਜਾਂ ਇੰਚਾਰਜ ਨੇ ਆਪਣੇ ਆਪਣੇ ਕਲੀਸਿਆਵਾਂ ਦੇ, ਉਹ ਸਮਝਦੇ ਨੇ ਕਿ ਕਲੀਸਿਆ ਸਾਡੀ ਮਲਕੀਅਤ ਹੈ। ਉਹ ਸਮਝਦੇ ਨੇ ਕਿ ਕਲੀਸਿਆ ਜਿਹੜੀ ਹੈ ਉਹਦੇ ਅਸੀਂ ਮੈਨੇਜਰ ਨਹੀਂ, ਅਸੀਂ ਉਹਦੇ ਮਾਲਕ ਹਾਂ। ਜਦਕਿ ਕਲੀਸਿਆ ਦਾ ਸਿਰ, ਕਲੀਸਿਆ ਦਾ ਮਾਲਕ ਕੌਣ ਹੈ? ਯਿਸੂ ਮਸੀਹ। ਇਸੇ ਲਈ ਬਹੁਤ ਸਾਰੇ ਪਾਦਰੀ ਨੇ ਜਿਹੜੇ ਮਾਲਕ ਬਣਨ ਦਾ ਰੋਲ ਅਦਾ ਕਰਦੇ ਨੇ, ਔਰ ਉਹ ਕਿਸੇ ਨੂੰ ਅਕਾਊਂਟੇਬਿਲਿਟੀ ਨਹੀਂ ਦਿੰਦੇ। ਠੀਕ ਹੈ। ਔਰ ਤੁਹਾਨੂੰ ਪਤਾ ਵੇ ਅਕਾਊਂਟੇਬਿਲਿਟੀ ਕਿਸੇ ਹੋਰ ਨੂੰ ਨਾ ਦੇਣ ਦਾ ਜਿਹੜਾ ਟਾਈਟਲ ਹੈ ਜਾਂ ਜਿਹੜਾ ਮੈਂਡੇਟ ਹੈ, ਉਹ ਕਿਹਦੇ ਕੋਲ? ਸਿਰਫ ਕਿਹੜਾ ਸ਼ਖਸ ਹੈ ਦੁਨੀਆ ਦੇ ਵਿੱਚ ਜਾਂ ਪੂਰੀ ਕਾਇਨਾਤ ਦੇ ਵਿੱਚ ਜਿਹੜਾ ਕਿਸੇ ਨੂੰ ਜਵਾਬ ਦੇ ਨਹੀਂ ਹੈ? ਉਹ ਕੌਣ ਹੈ? ਉਹ ਸਿਰਫ ਖੁਦਾ ਦੀ ਜ਼ਾਤ ਹੈ। God is not accountable to anyone. ਜਿਹੜਾ ਬੰਦਾ ਜ਼ਮੀਨ ਦੇ ਵਿੱਚ ਕਿਸੇ ਵੀ ਕੈਪੈਸਿਟੀ ਦੇ ਵਿੱਚ ਉਹ ਸਮਝਦਾ ਵੇ ਕਿ ਉਹ ਅਕਾਊਂਟੇਬਲ ਨਹੀਂ ਹੈ ਕਿਸੇ ਨੂੰ, ਇਟ ਮੀਨਸ he is considering that he or she is God, ਔਰ ਖੁਦਾ ਕੋਈ ਵੀ ਨਹੀਂ ਹੈ, ਉਹ ਖੁਦਾ ਵੇ। ਕਿਉਂਕਿ non accountability is only God's character. ਕੋਈ ਬੰਦਾ ਕੋਈ ਦੁਨੀਆ ਤੇ ਐਸਾ ਨਹੀਂ ਜਿਹੜਾ ਅਕਾਊਂਟੇਬਲ ਨਾ ਹੋਏ। ਜਿਹੜਾ ਬੰਦਾ ਵੀ ਨॉन ਅਕਾਊਂਟੇਬਿਲਿਟੀ ਖੇਡਦਾ ਵੇ ਨਾ, ਉਹ ਆਪਣੇ ਆਪ ਨੂੰ ਖੁਦਾ ਸਮਝਦਾ ਵੇ, ਕਿਉਂਕਿ ਨॉन ਅਕਾਊਂਟੇਬਿਲਿਟੀ ਸਿਰਫ ਖੁਦਾ ਦਾ ਕਰੈਕਟਰ ਹੈ। ਬਾਕੀ ਅਸੀਂ ਸਾਰੇ ਕਿਸੇ ਨਾ ਕਿਸੇ ਨੂੰ ਕੀ ਆ? ਜਵਾਬ ਦੇ ਆ। ਅਲਟੀਮੇਟਲੀ ਐਂਡ ਚ ਕਿਹਨੂੰ ਜਵਾਬ ਦੇਣਾ ਵੇ? ਖੁਦਾ ਨੂੰ, ਜਿਨੇ ਸਾਨੂੰ ਸਾਰਾ ਕੁਝ ਦਿੱਤਾ ਹੋਇਆ ਵੇ। ਠੀਕ ਹੈ ਨਾ। ਸੋ ਇਸ ਲਈ ਜ਼ਬੂਰ ਨਵੀਸ ਕੀ ਕਹਿੰਦੇ 6ਵੀਂ ਆਇਤ ਦੇ ਵਿੱਚ,
ਤੂੰ ਉਹਨਾਂ ਦੇ ਭਰੋਸਾ ਉਹਨਾਂ ਨੂੰ ਵੇਖ ਕੇ ਪਰੇਸ਼ਾਨ ਨਾ ਹੋ ਜਿਹੜੇ ਆਪਣੀ ਦੌਲਤ ਤੇ ਭਰੋਸਾ ਕਰਦੇ, ਨਵੀਆਂ ਗੱਡੀਆਂ ਤੇ ਨਵੇਂ ਗੈਜਟ ਤੇ ਜਨਾਬ, ਨਵੀਆਂ ਪੈਂਟਾਂ ਤੇ ਨਵੇਂ ਜੋਗਰ ਤੇ ਜਨਾਬ ਨਵਾਂ ਪਾਣਾ, ਹਰ ਚੀਜ਼ ਨਵਾਂ ਤੇ ਇੰਜ ਤੇ ਮੇਰੇ ਕੋਲ ਇਹ ਬ੍ਰਾਂਡ ਤੇ ਮੇਰੇ ਕੋਲ ਉਹ ਬ੍ਰਾਂਡ ਤੇ ਮੇਰੇ ਕੋਲ ਇਹ ਤੇ ਉਹ ਸਾਡੇ ਰਿਸ਼ਤੇਦਾਰ ਸਾਨੂੰ ਕਦੀ ਉਹਨਾਂ ਆਉਣਾ ਕਰਨਾ ਨਾ ਪਾਕਿਸਤਾਨ, ਉਹ ਜਨਾਬ ਉਹਨਾਂ ਕਹਿਣਾ ਜੀ ਸਾਨੂੰ ਆਹ ਕਿ ਨਾ ਹੀ ਨਹੀਂ ਕਰੀ ਸੁਣਿਆ। ਮੈਂ ਫੁੱਟਬਾਲ ਖੇਡਦਾ, ਮੈਨੂੰ ਇੰਨਾ ਪਤਾ ਹੁੰਦਾ ਸੀ ਕਿ ਜੀ ਮੈਰਾਡੋਨਾ ਕੌਣ ਹੈ। ਉਦੋਂ ਸਾਡੇ ਤੋਂ ਅਸੀਂ ਬਚਪਨ ਜਦੋਂ ਖੇਡਨੇ ਉਦੋਂ ਮੈਰਾਡੋਨਾ ਅਰਜਨਟੀਨਾ ਦਾ ਪਲੇਅਰ ਸੀ, ਜਾਂ ਸਾਨੂੰ ਪਤਾ ਹੁੰਦਾ ਕਿ ਜੀ ਪੀਲੇ ਕੌਣ ਹੈ, ਫੁੱਟਬਾਲ ਖੇਡਦੇ ਆ, ਸੌਕਰ ਖੇਡਦੇ ਆ, ਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਅਸੀਂ ਜਾ ਕੇ ਲੰਡੇ ਬਾਜ਼ਾਰ ਵਿੱਚੋਂ ਨਾ ਉਹਨਾਂ ਦੀ ਜਰਸੀਆਂ ਨੰਬਰ ਦੀਆਂ ਲੈ ਆਉਣੀਆਂ ਕਰਨੀਆਂ ਨਾ, ਸਾਨੂੰ ਇੰਨਾ ਪਤਾ ਸੀ ਬਸ। ਉਹ ਰਿਸ਼ਤੇਦਾਰ ਆਉਣਾ, ਉਹਨਾਂ ਕਹਿੰਦਾ ਜੀ ਆ ਅਰਮਾਨੀ ਕੀ ਸ਼ੈ ਹੈ ਜੀ, ਮੈਨੂੰ ਬੈਲਟ ਫਲਾਣੇ ਦਾ ਚਾਹੀਦਾ ਤੇ ਮੈਨੂੰ ਟੀ-ਸ਼ਰਟ ਉੱਤੇ ਇਹ ਲਿਖਾਉਣਾ ਚਾਹੀਦਾ ਤੇ ਜਨਾਬ ਇਹ ਬ੍ਰਾਂਡ ਹੋਣਾ ਚਾਹੀਦਾ। ਆ ਕਹਿੰਦਾ ਯਾਰ ਕਿੱਥੋਂ ਆ ਗਏ ਨੇ, ਕੌਣ ਲੋਕ, ਕੀ ਪੁੱਛਦੇ ਨੇ, ਸਾਨੂੰ ਤਾਂ ਪਤਾ ਕੋਈ ਨਹੀਂ। ਠੀਕ ਹੈ, ਉਹ ਬਾਅਦ ਚ ਪਤਾ ਲੱਗਾ ਕਿ ਜੀ ਪਾਕਿਸਤਾਨ ਆकर ਉਹ ਸਸਤੀਆਂ ਤੋਂ ਸਸਤੀਆਂ ਬ੍ਰਾਂਡ ਦੀਆਂ ਨਕਲੀ ਚੀਜ਼ਾਂ ਲੈ ਕੇ ਜਾ ਕੇ ਤੇ ਬਾਹਰ ਮੁਲਕਾਂ ਜਾ ਕੇ ਲੋਕਾਂ ਨੂੰ ਸ਼ੋਅ ਮਾਰਦੇ, ਮੇਰੇ ਕੋਲ ਇਹ ਬ੍ਰਾਂਡ ਤੇ ਮੇਰੇ ਕੋਲ ਉਹ ਬ੍ਰਾਂਡ। ਮੈਂ ਕਿਹਾ ਤੁਹਾਡੀ ਖੈਰ ਹੋ ਜਾਏ, ਕਿੱਥੇ ਜਾ ਕੇ ਤੁਸੀਂ ਕਿੱਥੇ ਕੀ ਜਾ ਕੇ ਗੱਲਾਂ ਮਾਰਦੇ ਹੋ। ਮਕਸਦ ਹੈ ਵੀ ਕਹਿਣ ਦਾ ਕਿ ਲੋਕ ਜਾਂ ਦੁਨੀਆ ਜਿਹੜੀ ਹੈ, ਅਸੀਂ ਕੋਸ਼ਿਸ਼ ਕਰਨੇ ਆ ਕਿ ਫਲੈਸ਼ੀ ਔਰ ਜਿਹੜਾ ਕਲਚਰ ਹੈ, ਅਸੀਂ ਉਹ ਕਲਚਰ ਦੇ ਮੁਤਾਬਿਕ ਆਪਣੇ ਆਪ ਨੂੰ ਕੀ ਕਰ ਸਕੀਏ, ਢਾਲੀਏ, ਤਾਂ ਕਿ ਸੁਸਾਇਟੀ ਦੇ ਵਿੱਚ ਸਾਡੀ ਕੀ ਹੋਏ, ਇੱਜ਼ਤ ਹੋਏ। ਜਿਵੇਂ ਮੈਂ ਲਾਸਟ ਸੰਡੇ ਸਰਮਨ ਦੇ ਰਿਹਾ ਹਾਂ ਚਰਚ ਦੇ ਵਿੱਚ, ਔਰ ਮੈਂ ਉਹਨਾਂ ਨੂੰ ਕਹਿਣ ਡਿਆ ਸਾਂ ਕਿ ਤੁਸੀਂ ਵੇਖੋ ਕਿ ਤੁਸੀਂ ਜਦੋਂ ਪਬਲਿਕ ਗੈਦਰਿੰਗ ਵਿੱਚ ਹੁੰਦੇ ਹੋ ਨਾ, ਤੇ ਕਿਸੇ ਨੇ ਬੜੀ ਅੱਛੀ ਸੋਸ਼ਲ ਮੀਡੀਆ ਤੇ ਮੀਮ ਲਾਈ ਹੋਈ ਸੀ, ਔਰ ਉਹ ਕਹਿ ਰਿਹਾ ਉੱਥੇ ਲਿਖਿਆ ਸੀ ਜੀ, ਜਦੋਂ ਕਿ ਤੁਹਾਨੂੰ ਬੰਦਾ ਇਹ ਪੁੱਛੇ ਨਾ ਕਿ ਤੁਹਾਡੀ ਜੌਬ ਕੀ ਹੈ, ਅਸਲ ਵਿੱਚ ਇਹ ਅੰਦਾਜ਼ਾ ਲਗਾ ਰਿਹਾ ਕਿ ਤੁਹਾਨੂੰ ਇੱਜ਼ਤ ਕਿੰਨੀ ਕੁ ਦੇਣੀ। ਠੀਕ ਹੈ ਨਾ, ਮਤਲਬ ਤੁਹਾਡੀ ਸੋਸ਼ਲ ਸਟੇਟਸ ਤੁਹਾਡੀ ਜੌਬ ਦੇ ਮੁਤਾਬਿਕ ਤੁਹਾਨੂੰ ਉਹਨੇ ਇੱਜ਼ਤ ਦੇਣੀ ਹੈ। ਠੀਕ ਹੈ, that is worldly approach, that's not kingdom approach। ਖੁਦਾ ਦਾ ਬੰਦਾ ਕੀ ਕਹਿ ਰਿਹਾ ਸਾਨੂੰ, ਜਿਹੜੇ ਲੋਕ ਦੌਲਤ ਤੇ ਭਰੋਸਾ ਕਰਦੇ ਨੇ, ਜਿਹੜੇ ਲੋਕ ਮਾਲ ਦੀ ਕਸਰਤ ਤੇ ਫਖਰ ਕਰਦੇ ਨੇ, ਉਹ ਬੇਵਕੂਫ ਨੇ, ਕਿਉਂਕਿ ਉਹ ਆਪਣੀ ਕਿਸੇ ਵੀ ਚੀਜ਼ ਨੂੰ ਉਹ ਐਕਵਾਇਰ ਨਹੀਂ ਕਰ ਸਕਦੇ। they are only steward, they are only managers। ਔਰ ਉਹ ਜਨਾਬ at the end of the day ਜਿਵੇਂ ਦਾਨਿਸ਼ਮੰਦ ਮਰਦਾ ਵੇ ਉਂਝ ਹੀ ਬੇਵਕੂਫ ਨੇ ਮਰ ਜਾਣਾ, ਜਿਵੇਂ ਅਮੀਰ ਮਰਦਾ ਹੈ ਉਂਝ ਹੀ at the end of the day ਸਾਰਿਆਂ ਨੇ ਜਾ ਕੇ ਡੇਰੇ ਇੱਕੋ ਜਗ੍ਹਾ ਲੱਗਣੇ ਨੇ, ਤੇ each and everybody face death। ਸੋ ਉਹ ਖੁਦਾ ਦੇ ਲੋਕਾਂ ਨੂੰ ਇਹ ਕਹਿ ਰਿਹਾ ਵੇ, ਕਿਉਂਕਿ ਸਵਾਲ ਇਹ ਪੈਦਾ ਹੁੰਦਾ ਵੇ, ਅੱਗੇ ਅਸੀਂ ਪੜਾਂਗੇ ਜਦੋਂ ਆਸਫ ਦੇ ਮਜ਼ਾਮੀਰ ਵੀ, ਉਹਦੇ ਚ ਇਹ ਸਵਾਲ ਕਰਦਾ ਵੇ ਕਿ ਖੁਦਾਵੰਦ ਅਸੀਂ ਤੇਰੀ ਇਬਾਰਤਾਂ ਕਰ ਮੱਥੇ ਰਗੜ ਕੇ ਤੇ ਅਸੀਂ ਤੈਨੂੰ ਰੋਜ਼ੇ ਨਮਾਜ਼ ਜ਼ਕਾਤਾਂ ਸਾਰਾ ਕੁਝ ਅਸੀਂ ਜਨਾਬ ਰਿਆਸਤਾਂ ਕਰ ਮਰ ਜਾਂਦੇ ਆ, ਤੇ ਜਿਹੜੇ ਲੋਕ ਤੈਨੂੰ ਮੰਨਦੇ ਹੀ ਕੋਈ ਨਹੀਂ, ਜਿਹੜੇ ਲੋਕ ਤੇਰੀ ਬੰਦਗੀ ਨਹੀਂ ਕਰਦੇ, ਉਹ ਵੇਖ ਉਹਨਾਂ ਦੇ ਘਰ ਦੌਲਤ ਵੀ ਹੈ, ਉਹਨਾਂ ਦੇ ਘਰ ਰਿਜ਼ਕ ਵੀ ਹੈ, ਉਹਨਾਂ ਦੇ ਘਰ ਸਿਹਤ ਵੀ ਹੈ, ਉਹ ਸਾਰਾ ਕੁਝ ਹੀ ਹੈ, ਅਸੀਂ ਇੱਥੇ ਮੱਥੇ ਰਗੜ ਸਾਨੂੰ 2 ਟਾਈਮ ਦੀ ਰੋਟੀ ਵੀ ਨਹੀਂ ਲੱਭਦੀ ਸਹੀ ਤਰੀਕੇ ਨਾਲ। ਮਤਲਬ ਸ਼ਿਕਵਾ ਹਮੇਸ਼ਾ ਖੁਦਾ ਦੇ ਲੋਕ ਕੀ ਕਰਦੇ ਨੇ, ਉਹ ਕਰਦੇ ਰਹਿੰਦੇ ਨੇ ਕਿ ਜੀ ਇਹ ਡਿਸਬੈਲੈਂਸ ਕਿਉਂ ਹੈ, ਇਹ ਨਾ ਇਨਸਾਫੀ ਕਿਉਂ ਹੈ, ਖੁਦਾਇਆ ਤੂੰ ਜਦੋਂ ਮਾਲਕ ਹੈ ਹਰ ਚੀਜ਼ ਦਾ, ਤੇ ਵਾਈ ਦਿਸ ਕਾਈਂਡ ਆਫ ਇਨਜਸਟਿਸ ਔਨ ਦਿਸ ਅਰਥ। ਖੁਦਾ ਸਮਝਾਉਂਦਾ ਪਿਆ ਕਿ ਐਕਚੁਅਲੀ ਇਨਸਾਨ ਜਿਹੜੇ ਨੇ ਜ਼ਮੀਨ ਦੇ ਉੱਤੇ, ਜਿਹੜਾ ਵੀ ਇਨਸਾਨ ਆਪਣੀ ਆਦਤ ਤੇ ਆਪਣੀ ਦੌਲਤ ਤੇ ਫਖਰ ਕਰੇਗਾ, ਉਹ ਬੇਕਾਰ ਜਾਨਵਰਾਂ ਵਾਂਗਾ ਰਹੇ। ਮਤਲਬ ਉਹਦੇ ਵਿੱਚ ਜਾਨਵਰ ਦੇ ਵਿੱਚ ਕੀ ਲਿਖਿਆ ਵੇ, ਕੋਈ ਫਰਕ ਕੋਈ ਨਹੀਂ। ਠੀਕ ਹੈ ਨਾ। ਅੱਛਾ, ਓਕੇ ਜੀ। ਜਿਹੜੀ ਇੰਪੋਰਟੈਂਟ ਚੀਜ਼ ਇੱਕ ਹੋਰ ਹੈ, ਉਹ ਐ ਵੇ ਕਿ ਇਸ ਚੀਜ਼ ਨੂੰ ਕਮਿਊਨੀਕੇਟ ਕਰਨ ਲਈ ਅੱਜ ਜਿਹੜੀ ਏ ਖੁਦਾ ਦੇ ਘਰ ਦੇ ਵਿੱਚ ਜਿਹੜਾ ਵੇ ਸਾਨੂੰ ਐਜ਼ ਅ ਚਰਚ ਹੁੰਦਿਆਂ ਆ ਜਿਹੜਾ ਮੀਡੀਅਮ ਹੈ, ਜਿਹੜਾ ਕਮਿਊਨੀਕੇਸ਼ਨ ਮੋਡ ਹੈ, ਉਹ ਚਰਚ ਨੇ ਕਿਵੇਂ ਯੂਜ਼ ਕੀਤਾ ਵੇ। ਠੀਕ ਹੈ ਨਾ। ਚੌਥੀ ਆਇਤ ਦਾ ਆਖਰੀ ਹਿੱਸਾ ਪੜ੍ਹਿਓ ਜ਼ਰਾ ਅੰਕਲ ਜੀ, ਬਲਕਿ ਚੌਥੀ ਆਇਤ ਹੀ ਪੜ੍ਹ ਦਿਓ। ਮੈਂ ਆਪਣਾ ਕੰਨ ਦ੍ਰਿਸ਼ਟਾਂਤ ਵੱਲ ਲਾਵਾਂਗਾ, ਮੈਂ ਬਰਬਤ ਨਾਲ ਆਪਣਾ ਭੇਤ ਖੋਲਾਂਗਾ। ਇੰਟਰਸਟਿੰਗਲੀ ਮਿਊਜ਼ਿਕ ਇਨਸਟਰੂਮੈਂਟ, ਮਿਊਜ਼ੀਸ਼ੀਅਨ ਹੈ ਨਾ, ਵੇਖੋ ਠੀਕ ਹੈ ਨਾ, ਹਰ ਬੰਦਾ ਆਪਣੇ ਆਰਟ ਦੇ ਨਾਲ ਉਹ ਕਮਿਊਨੀਕੇਟ ਕਰਦਾ ਵੇ ਮੈਸੇਜ ਨੂੰ। ਕਿਸੇ ਬੰਦੇ ਨੇ ਕਿਹਾ ਸੀ the purpose of art is to define truth। truth ਦਾ ਮਤਲਬ ਹੈ ਵੇ ਕਿ ਖੁਦਾ ਦੇ ਸੱਚਾਈ ਨੂੰ ਬਿਆਨ ਕਰੇ। ਆਰਟਿਸਟ ਜਿਹੜਾ ਪੇਂਟਰ ਹੈ, ਉਹ ਪੇਂਟਿੰਗ ਦੇ ਨਾਲ ਖੁਦਾ ਦੀ ਸੱਚਾਈ ਬਿਆਨ ਕਰੇਗਾ। ਜਿਹੜਾ ਸ਼ਾਇਰ ਹੈ, ਉਹ ਲਫ਼ਜ਼ਾਂ ਦੇ ਨਾਲ ਬਿਆਨ ਕਰੇਗਾ, ਤੇ ਜਿਹੜਾ ਮਿਊਜ਼ੀਸ਼ੀਅਨ ਹੈ, ਉਹ ਮਿਊਜ਼ਿਕ ਨੂੰ ਇਸਤੇਮਾਲ ਕਰੇਗਾ। ਠੀਕ ਹੈ। ਅੱਜ ਅਸਾਂ ਇੱਥੇ ਵੇਖਿਆ ਵੇ ਕਿ ਜਿਹੜੀਆਂ ਡੀਪ ਗੱਲਾਂ ਨੇ, ਜਿਹੜੀਆਂ ਮੁਅੰਮੇ ਨੇ, ਜਿਹੜੇ ਗਿਆਨ ਹੈ, ਬੁੱਧੀ ਹੈ, ਗੰਭੀਰਤਾ ਜਿਹੜੀ ਹੈ, ਉਹਨੂੰ
ਕਨਵੇ ਕਰਨ ਲਈ ਖੁਦਾ ਨੇ ਸਾਨੂੰ ਆਰਟ ਜਿਹੜਾ ਵੇ ਆਰਟਿਸਟ ਜਿਹੜਾ ਵੇ ਉਹ ਸਾਨੂੰ ਖੁਦਾ ਨੇ ਗਿਫਟ ਦਿੱਤਾ ਵੇ। ਠੀਕ ਹੈ, ਆਖਰੀ ਦੋ ਹਵਾਲੇ ਪੜਾਂਗੇ ਅੰਕਲ ਜੀ। ਇੱਕ ਜਣਾ ਕੱਢ ਲਏ ਕਰੰਥੀਓ ਪਹਿਲਾ ਬਾਬ ਵਾਲਾ ਔਰ ਇੱਕ ਜਣਾ ਕੱਢ ਲਏ ਇਫਸੀਓ ਵਾਲਾ। ਠੀਕ ਹੈ, ਅੱਛਾ, ਇੱਕ ਪਿਛਲੀ ਸਦੀ ਦੀ ਇੱਕ ਬੜੀ ਮਸ਼ਹੂਰ ਡਾਂਸਰ ਸੀ, ਉਹਦਾ ਨਾਮ ਸੀ ਐਂਜਲਾ ਡੰਕਨ। ਐਂਜਲਾ ਡੰਕਨ ਨਾ ਇੱਕ ਨਵੇਂ ਅੰਦਾਜ਼ ਦਾ, ਸ਼ੀ ਵਾਸ ਸਦਰਨ ਕੈਲੀਫੋਰਨੀਆ ਡਾਂਸਰ, ਪੂਰੀ ਦੁਨੀਆ 'ਚ ਬੜੀ ਮਸ਼ਹੂਰ ਸੀ। ਔਰ ਐਂਜਲਾ ਡੰਕਨ ਨਾ ਇੱਕ ਉਹਨੇ ਜਰਮਨੀ 'ਚ ਕਨਸਰਟ ਕੀਤਾ ਤੇ ਜਦੋਂ ਕਨਸਰਟ ਖਤਮ ਹੋਇਆ ਤੇ ਕਨਸਰਟ ਹਾਲ ਧੜਾ-ਧੜ ਭਰਿਆ ਹੋਇਆ, ਅੰਨ੍ਹੇਵਾਹ ਦੁਨੀਆ ਆਬਾਦੀ ਸਾਰਾ ਉਹਦਾ ਡਾਂਸ ਵੇਖਣ ਲਈ ਆਈ ਤੇ ਨਾ ਅਖਬਾਰੀ ਰਿਪੋਰਟਰ ਤੇ ਜਰਨਲਿਸਟ ਵੀ ਸਾਰੇ ਉੱਥੇ ਮੌਜੂਦ ਤੇ ਜਰਮਨੀ ਦੇ ਵਿੱਚ ਬੜਾ ਵੱਡਾ ਉਹਦਾ ਕਨਸਰਟ ਹੋਇਆ। ਜਦੋਂ ਉਹ ਡਾਂਸ ਕਰਕੇ ਥੱਲੇ ਉਤਰੀ ਨਾ, ਇੱਕ ਜਰਨਲਿਸਟ ਉਹਦੇ ਕੋਲ ਗਿਆ ਔਰ ਜਰਨਲਿਸਟ ਉਹਨੂੰ ਪੁੱਛਦਾ ਵੀ ਮਿਸ ਜੰਕਨ ਕੈਨ ਯੂ ਟੈਲ ਅਸ what that dance meant, ਕਿ ਜਿਹੜਾ ਤੂੰ ਡਾਂਸ ਕੀਤਾ ਇਹਦਾ ਮਤਲਬ ਕੀ ਸੀ? ਐਮੀ ਡੰਕਨ ਨੇ ਪਤਾ ਕੀ ਜਵਾਬ ਦਿੱਤਾ? ਐਂਜਲਾ ਡੰਕਨ ਕਹਿੰਦੀ ਏ, my darling, if I would have explained that to you, why should I dance? ਕਹਿੰਦੀ ਏ ਇਹ ਮੈਂ ਤੈਨੂੰ ਲਫ਼ਜ਼ਾਂ ਦੇ ਨਾਲ ਹੀ ਸਮਝਾ ਸਕਦੀ, ਨਹੀਂ ਤੇ ਮੈਂ ਨੱਚਦੀ ਕਿਉਂ? The dance or the art unfold unexplainable things। ठीक है, सो आइए ਅਸੀਂ ਵੇਖੀਏ ਕਿ ਚਰਚ ਨੇ, ਕਲੀਸਿਆ ਨੇ ਇਸ ਮੌਸੀਕੀ ਦੇ ਔਰ ਸ਼ਾਇਰੀ ਦੇ ਔਰ ਜ਼ਬੂਰਾਂ ਦੇ ਗਿਫਟ ਨੂੰ ਕਿਵੇਂ ਇਸਤੇਮਾਲ ਕੀਤਾ। ਜੀ ਪਹਿਲਾ ਹਵਾਲਾ ਪੜਿਓ ਜੀ, ਇਫਸੀਓ ਔਰ ਉਹਦੇ ਬਾਅਦ ਕਰੰਥੀਓ। ਇਫਸੀਓ ਦੀ ਉਹਦੇ 5 ਬਾਬ ਦੇ 17 ਪੜਾਂਗੇ। ਸੋ ਮੂਰਖ ਨਾ ਬਣੋ, ਸਗੋਂ ਪ੍ਰਭੂ ਦੀ ਇੱਛਾ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਹਾਂਜੀ, ਕੈਰੀ ਔਨ ਪੜੋ। ਸ਼ਰਾਬ ਪੀਣੀ ਛੱਡ ਦਿਓ, ਨਹੀਂ ਤਾਂ ਇਹ ਤੁਹਾਡਾ ਨਾਸ਼ ਕਰ ਦੇਵੇਗੀ। ਇਸ ਲਈ ਇਸ ਦੀ ਥਾਂ ਪਵਿੱਤਰ ਆਤਮਾ ਨਾਲ ਭਰ ਜਾਓ। ਇੱਕ ਦੂਜੇ ਵੱਲ ਭਜਨਾਂ, ਗੀਤਾਂ ਅਤੇ ਆਤਮਿਕ ਰਾਗਾਂ ਦੇ ਰਾਹੀਂ ਆਪਣੇ ਭਾਵ ਪ੍ਰਗਟ ਕਰੋ। ਆਪਣੇ ਮਨੋਂ ਪ੍ਰਭੂ ਦਾ ਭਜਨ ਅਤੇ ਸਿਮਰਨ ਕਰੋ। ਥੈਂਕ ਯੂ ਜੀ। ਕੀ ਕਰੋ ਜੀ? ਕਿਹਦੇ ਨਾਲ ਭਰਦੇ ਜਾਓ? ਰੂਹ ਨਾਲ ਭਰਦੇ ਜਾਓ। ਔਰ ਕਿਸੇ ਬੰਦੇ ਨੇ ਕਿਹਾ ਸੀ ਜੀ, a spirit filled Christian is a song filled Christian। ਜਿਹਦੇ ਅੰਦਰ ਹਮਦੋ ਸਨਾ ਗੀਤ ਭਰੇ ਰਹਿੰਦੇ ਨੇ, ਉਹਦੇ ਅੰਦਰ ਖੁਦਾ ਦਾ ਰੂਹ ਵੀ ਕੀ ਰਹਿੰਦਾ ਵੇ? ਭਰਿਆ ਰਹਿੰਦਾ ਵੇ। ਠੀਕ ਹੈ, ਤੇ ਪੌਲੁਸ ਰਸੂਲ ਕੀ ਕਹਿੰਦਾ ਐਫਸੋ ਦੀ ਕਲੀਸਿਆ ਨੂੰ? ਕਿਹਦੇ ਨਾਲ ਭਰਦੇ ਰਹੋ? ਖੁਦਾ ਦੇ ਰੂਹ ਨਾਲ। ਤੇ ਖੁਦਾ ਦਾ ਰੂਹ ਕਿਵੇਂ ਭਰਿਆ ਜਾਏਗਾ? ਆਪਸ ਵਿੱਚ ਇੱਕ ਦੂਜੇ ਦੇ ਨਾਲ ਮਜ਼ਾਮੀਰ ਤੇ ਗੀਤ ਤੇ ਰੂਹਾਨੀ ਗੱਲਾਂ ਕੀ ਕਰਿਆ ਕਰੋ, ਗਾਇਆ ਵੀ ਕਰੋ ਤੇ ਵਜਾਇਆ ਵੀ ਕਰੋ। ਓਕੇ, so it means ਕਿ music was a pedagogical tool to teach and to educate new Christian। ਅੰਕਲ ਜੀ ਪਹਿਲਾ ਕਰੰਥੀਓ ਉਹਦੀ 14 ਬਾਬ ਤੇ 26 ਆਇਤ। ਸੋ ਭਰਾਵੋ, ਗੱਲ ਕੀ ਹੈ? ਜਾਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਦੇ ਕੋਲ ਅੰਗਮ ਗਿਆਨ, ਕਿਸੇ ਦੇ ਕੋਲ ਪਰਾਈ ਭਾਖਿਆ, ਕਿਸੇ ਦੇ ਕੋਲ ਅਰਥ ਹੈ, ਸਭੋ ਕੁਝ ਲਾਭ ਦੇ ਲਈ ਹੋਣਾ ਚਾਹੀਦਾ ਹੈ। ਓਕੇ ਜੀ, ਇੰਟਰਸਟਿੰਗਲੀ ਜਦੋਂ ਜਮਾਤ ਇਕੱਠੀ ਹੁੰਦੀ ਹੈ, ਜਦੋਂ ਕਲੀਸਿਆ ਇਕੱਠੀ ਹੁੰਦੀ ਹੈ, ਜਿਹਦੇ ਕੋਲ ਜੋ ਗਿਫਟ ਨੇ, ਪੌਲੁਸ ਰਸੂਲ ਯਾਦ ਦਿਲਾ ਰਿਹਾ ਵੇ, ਤੁਸੀਂ ਜਦੋਂ ਇਕੱਠੇ ਹੁੰਦੇ ਹੋ, ਜਮਾ ਹੁੰਦੇ ਹੋ, ਤੇ ਹਰ ਇੱਕ ਦੇ ਦਿਲ ਦੇ ਵਿੱਚ ਕੀ ਹੁੰਦਾ ਵੇ? ਮਜ਼ਮੂਰ ਜਾਂ ਤਾਲੀਮ, ਐਜੂਕੇਸ਼ਨ, ਜਾਂ ਫਿਰ ਮੁਕਾਸ਼ਵਾ, ਪ੍ਰਕਾਸ਼, ਜਾਂ ਫਿਰ ਬੇਗਾਨਾ ਜ਼ੁਬਾਨਾਂ, ਟੰਗਸ, ਜਾਂ ਫਿਰ ਉਹਦਾ ਅਰਥ ਤਰਜਮਾ ਹੁੰਦਾ ਵੇ। ਔਰ ਇਹ ਸਾਰਾ ਕਾਹਦੇ ਲਈ? ਪਰਪਸ ਕੀ ਇਹਦਾ? ਰੂਹਾਨੀ ਤਰੱਕੀ ਲਈ। ਓਕੇ, ਤਾਂ ਕਿ ਮਸੀਹ ਦਾ ਬਦਨ ਤਰੱਕੀ ਪਾਏ, ਕਲੀਸਿਆ ਦੇ ਲੋਕ ਜਿਹੜੇ ਨੇ ਉਹ ਤੰਦਰੁਸਤ ਔਰ ਤਵਾਨਾ ਹੋਣ, ਰੂਹਾਨੀ ਤੌਰ ਤੇ ਮੈਚੁਰ ਹੋਣ। ਸੋ ਇਸ ਲਈ ਮੇਰੇ ਜੀਜ਼ੋ, ਅੱਜ ਅਸਾਂ ਸਿੱਖਿਆ ਵੇ ਖੁਦਾ ਦੇ ਕਲਾਮ ਦੇ ਵਿੱਚੋਂ ਕਿ ਖੁਦਾ ਆਪਣੇ ਕਲਾਮ ਦੇ ਲਈ ਜਿਹੜਾ ਆਰਟਿਸਟਿਕ ਗਿਫਟ ਹੈ, ਹਿਕਮਤ ਸਿਖਾਉਣ ਲਈ, ਦਾਨਾਈ ਸਿਖਾਉਣ ਲਈ, ਖੁਦਾ ਮੈਸੇਜ ਕਮਿਊਨੀਕੇਟ ਕਰਦਾ ਵੇ। ਔਰ ਮੈਸੇਜ ਕਮਿਊਨੀਕੇਟ ਕਰਨ ਲਈ ਖੁਦਾ ਨੇ ਜਿਹੜਾ ਮੋਡ ਰੱਖਿਆ ਵੇ, that is art, music instrument, painting, whatever gift ਖੁਦਾ ਜਿਹੜਾ ਆਰਟ ਦਾ ਇਸਤੇਮਾਲ ਕਰਦਾ ਵੇ, ਉਹਦੇ ਨਾਲ ਰਲ ਕੇ ਅਸੀਂ ਖੁਦਾ ਦੇ ਕਲਾਮ ਨੂੰ, ਖੁਦਾ ਦੀ ਤਾਲੀਮ ਨੂੰ ਔਰ ਰੂਹਾਨੀ ਤਰੱਕੀ ਲਈ ਅੱਗੇ ਵੱਧਦੇ ਜਾਂਦੇ ਹਾਂ। ਖੁਦਾ ਸਾਨੂੰ ਸਾਰਿਆਂ ਨੂੰ, ਜਿਹਨੂੰ ਗਿਫਟ ਮਿਲੇ ਨੇ, ਉਹਨਾਂ ਸਾਰਿਆਂ ਨੂੰ ਪੋਲਿਸ਼ ਕਰਨ ਦਾ, ਉਹਨਾਂ ਨੂੰ ਇਸਤੇਮਾਲ ਕਰਨ ਦਾ ਔਰ ਉਹਨਾਂ ਨੂੰ ਵਧਾਉਣ ਦਾ ਫਜ਼ਲ ਬਖਸ਼ੇ। ਆਮੀਨ। ਥੈਂਕ ਯੂ ਪਾਸਟਰ ਜੀ। ਹੁਣ ਮੈਂ ਇਨਵਾਈਟ ਕਰਦੀ ਹਾਂ ਆਂਟੀ ਜੋਤੀ ਤੇ ਅੰਕਲ ਜੋਸ਼ua ਨੂੰ ਕਿ ਆਪਣੇ ਸਵਾਲ, ਆਪਣੇ ਕਮੈਂਟਸ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਮੈਂ 7ਵੀਂ ਤੇ 8ਵੀਂ ਤੇ 15ਵੀਂ ਆਇਤ ਜਿਹੜੀ ਹੈ
ਉਹਦੇ ਬਾਰੇ ਚ ਆ ਕਿ ਕੋਈ ਵੀ ਇਦਾਂ ਦਾ ਰਸਤਾ ਨਹੀਂ ਆ, there's no way for person to buy eternal life. Eternal life ਜਿਹੜੀ ਆ ਸਾਡੇ ਖੁਦਾ ਵੱਲੋਂ ਹੀ ਸਾਨੂੰ ਮਿਲ ਸਕਦੀ ਹੈ। ਤੇ ਅਸੀਂ ਇਹ ਜਿਹੜੀ ਧਨ ਤੇ ਦੌਲਤ ਆ ਫਿਜ਼ੀਕਲੀ, ਇਹ ਸਾਨੂੰ ਥੋੜੇ ਟਾਈਮ ਦੇ ਲਈ ਜਿਹੜਾ ਨਾ ਉਹ ਕੰਫਰਟ ਦੇ ਸਕਦੀਆਂ, ਜ਼ਿਆਦਾ ਟਾਈਮ ਦੇ ਲਈ ਨਹੀਂ, ਕਿਉਂਕਿ ਇਹ ਚੀਜ਼ਾਂ ਨਾਸ਼ ਹੋਣ ਵਾਲੀਆਂ ਨੇ। ਤੇ ਉਹੋ ਹੀ ਚੀਜ਼ ਸਾਡੇ ਨਾਲ ਰਹੇਗੀ ਜਦੋਂ ਅਸੀਂ ਖੁਦਾ ਦੇ ਵਿੱਚ ਬਣੇ ਰਹਾਂਗੇ ਤੇ ਉਹਦੇ ਚ ਵਧਾਂਗੇ, ਉਹ ਸਾਡੇ ਤੋਂ ਕੋਈ ਨਹੀਂ ਲੈ ਸਕਦਾ। ਤੇ ਸਾਡੇ ਯਿਸੂ ਮਸੀਹ ਨੇ ਸਾਡੇ ਲਈ ਦੇਖੋ ਇੱਕ ਬਹੁਤ ਵੱਡਾ ਪ੍ਰਾਈਸ ਦਿੱਤਾ ਸਾਡੇ ਗੁਨਾਹਾਂ ਦੀ ਮੁਆਫੀ ਦੇ ਲਈ, ਤੇ ਸਾਨੂੰ ਉਹਦੇ ਵਿੱਚ ਹੀ ਬਣੇ ਰਹਿਣਾ ਚਾਹੀਦਾ। ਇਹ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ ਇਹਨਾਂ ਦੇ ਮਗਰ ਨਹੀਂ ਭੱਜਣਾ ਚਾਹੀਦਾ। ਬਿਲਕੁਲ। ਤੇ ਖੁਦਾ ਦੀ ਜਿਹੜੀ ਆ ਉਹ ਸਾਡੇ ਦਿਲੋਂ ਦਿਮਾਗ ਦੇ ਵਿੱਚ ਇੱਕ ਖਿੱਚ ਹੋਣੀ ਚਾਹੀਦੀ ਆ, ਇੱਕ ਪਿਆਸ ਹੋਣੀ ਚਾਹੀਦੀ ਹੈ ਕਿ ਅਸੀਂ ਉਹਦੇ ਵਿੱਚ ਵਧੀਏ। ਜੀ ਅੰਕਲ ਜੀ, ਬੜਾ ਵੱਡਾ ਤੁਹਾਂ ਇਹਦੇ ਵਿੱਚੋਂ ਪੁਆਇੰਟ ਕੀਤਾ ਵੇ, ਕਿਉਂਕਿ ਅਸੀਂ ਪੂਰਾ ਜ਼ਬੂਰ ਕਵਰ ਨਹੀਂ ਕਰ ਸਕਦੇ। ਮੈਂ ਸਿਰਫ ਪਹਿਲੀਆਂ 3 ਆਇਤਾਂ ਹੀ ਕੀਤੀਆਂ ਨੇ 4, ਔਰ ਇਹ ਜਿਹੜਾ ਵੇ ਨਾ ਰਿਡੈਂਪਸ਼ਨ ਜਾਂ ਜਿਹੜਾ ਵੇ ਨਾ ਫਿਦਿਆ ਦੇਣਾ, ਇਵਜ਼ਾਨਾ ਦੇਣਾ ਜਾਣ ਦਾ, ਇਹ ਵੇਖੋ ਕਿ ਇਹ ਨਬੂਵਤੀ ਜ਼ਬੂਰ ਹੈ ਜਿਹੜਾ ਕਿ ਖੁਦਾਵੰਦ ਯਿਸੂ ਮਸੀਹ ਦੀ ਸਲੀਬੀ ਮੌਤ ਵੱਲ ਇਸ਼ਾਰਾ ਕਰਨ ਡਿਆ ਵੇ ਕਿ ਕਿਸੇ ਦੀ ਜਾਨ ਦਾ ਫਿਦਿਆ ਜਿਹੜਾ ਵੇ ਉਹ ਸਿਰਫ ਔਰ ਸਿਰਫ ਯਿਸੂ ਮਸੀਹ ਦੇ ਸਕਦੇ ਨੇ, ਹੋਰ ਕੋਈ ਨਹੀਂ ਦੇ ਸਕਦਾ, ਹੋਰ ਕੋਈ ਨਹੀਂ ਦੇ ਸਕਦਾ। ਵੰਡਰਫੁਲ, ਥੈਂਕ ਯੂ। ਓਕੇ, ਜ਼ਬੂਰ ਇਹ ਇਸ ਦੀਆਂ ਸਾਰੀਆਂ ਆਇਤਾਂ ਬਹੁਤ ਸੋਹਣੀਆਂ ਆ, ਔਰ ਇਹਦੇ ਵਿੱਚ ਖੁਦਾ ਨੇ, ਕੋਰਾ ਨਬੀ ਨੇ ਲਿਖਿਆ ਹੈ ਖੁਦਾ ਲਈ ਕਿ ਖੁਦਾ ਨੇ ਸਾਨੂੰ ਸਭ ਕੁਝ ਦਿੱਤਾ ਹੋਇਆ। ਔਰ ਅਗਰ ਇਹਦੇ ਵਿੱਚ ਇਸ ਦੀ ਇੱਕ 6 ਆਇਤ ਦੇਖਾਂਗੇ, ਉਹ ਜੋ ਆਪਣੇ ਮਾਲ ਤੇ ਭਰੋਸਾ ਰੱਖਦੇ ਹਨ ਅਤੇ ਜੋ ਆਪਣੇ ਅਧਿਕ ਧਨ ਤੇ ਹੰਕਾਰ ਕਰਦੇ ਹਨ, ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਹੈ, ਉਹ ਖੁਦਾ ਨੂੰ ਭੁੱਲ ਜਾਂਦੇ ਆ। ਔਰ ਪ੍ਰਭੂ ਨੇ ਉਹ ਇਸ ਦੇ ਵਿੱਚ ਯਾਦ ਦਿਲਾਇਆ ਕਿ ਇਹ ਸਭ ਮੈਂ ਦਿੱਤਾ ਹੋਇਆ ਔਰ ਮੈਂ ਕਿਸੇ ਟਾਈਮ ਵੀ ਵਾਪਸ ਲੈ ਸਕਦਾ। ਔਰ ਇਸ ਲਈ ਜੇ ਅਗਰ ਕਿਸੇ ਦੇ ਕੋਲ ਧਨ ਦੌਲਤ ਹੈ ਤੇ ਉਹ ਆਪਣਾ ਟਾਈਮ ਇਸ ਲਈ ਇਹਦੇ ਵਿੱਚ ਨਾ ਗਵਾਵੇ, ਖਾਣ ਪੀਣ ਦੇ ਵਿੱਚ ਸਭ ਕੁਝ ਏਦਾਂ। ਪਰ ਇਹਦੇ ਵਿੱਚ ਪ੍ਰਭੂ ਨੇ ਉਹਨੇ ਕਿਹਾ ਹੈ ਕਿ ਖਿਆਲ ਰੱਖੋ ਕਿ ਪ੍ਰਭੂ ਦਾ ਦਿੱਤਾ ਹੋਇਆ ਸਭ ਕੁਝ ਹੈ ਉਹ ਕਦੋਂ ਵੀ ਵਾਪਸ ਲੈ ਸਕਦਾ ਹੈ। ਔਰ ਇਸ ਦੀ 10ਵੀਂ ਆਇਤ ਵਿੱਚ ਲਿਖਿਆ ਹੈ, ਮਨੁੱਖ ਦੇਖਦਾ ਹੈ ਕਿ ਬੁੱਧੀਮਾਨ ਵੀ ਮਰਦੇ ਹਨ, ਸੋ ਮੂਰਖ ਅਤੇ ਚਤਰ ਦੋਵੇਂ ਖਤਮ ਹੋ ਜਾਂਦੇ ਹਨ। ਚਾਹੇ ਅਸੀਂ ਬੁੱਧੀਮਾਨ ਆ, ਚਾਹੇ ਅਸੀਂ ਬੁੱਧੀਮਾਨ ਨਹੀਂ ਆ, ਨਲਾਇਕ ਆ, ਪਰ ਖੁਦਾ ਦੇ ਵਿੱਚ ਦੋਨੋਂ ਮਰਦੇ ਹਨ ਔਰ ਦੋਨੋਂ ਇੱਕੋ ਹੀ ਚੀਜ਼ ਆ, ਇੱਕੋ ਹੀ ਉਹਨਾਂ ਨੇ ਇੱਕ ਜਗ੍ਹਾ ਤੇ ਹੀ ਜਾਣਾ ਹੈ। ਇਸ ਲਈ ਇਸ ਦੀਆਂ ਸਾਰੀਆਂ ਆਇਤਾਂ ਬਹੁਤ ਸੋਹਣੀਆਂ ਅਗਰ ਸਾਰੀਆਂ ਤੇ ਦੇਖੀਏ, ਪਰ ਮੈਨੂੰ ਇਹ 2 ਆਇਤਾਂ ਕਾਫੀ ਚੰਗੀਆਂ ਲੱਗੀਆਂ ਕਿ ਜਿੰਨਾ ਵੀ ਸਾਡੇ ਕੋਲ, ਅਗਰ ਅਸੀਂ ਪੈਸੇ ਵਾਲੇ ਆ, ਅਮੀਰ ਆ, ਗਰੀਬ ਆ, ਪਰ ਖੁਦਾ ਦੇ ਨਿਆਂ ਦੇ ਵਿੱਚ ਅਸੀਂ ਸਭ ਇੱਕੋ ਜਿਹੇ ਹਾਂ। ਹਾਂਜੀ, ਵੰਡਰਫੁਲ। ਇਹ ਬੜਾ ਖੂਬਸੂਰਤ ਥਾਟ ਹੈ। ਜਿਵੇਂ ਕਿਸੇ ਨੇ ਲਿਖਿਆ ਸੀ ਜੀ ਕਿ देयर इज अ डेथ फॉर एवरी बर्थ। ਠੀਕ ਹੈ, ਜਿਹੜਾ ਬੰਦਾ ਇੱਕ ਵਾਰੀ ਦੁਨੀਆ ਤੇ ਪੈਦਾ ਹੋਇਆ ਨਾ, ਉਹਨੇ ਮਰਨਾ ਇੱਕ ਦਿਨ, ਉਹਨੇ ਮਰਨਾ, ਜਿਹੜਾ ਆਇਆ ਜਾਏਗਾ। ਹਾਂ, ਡਿਫਰੈਂਸ ਕੀ ਹੈ? ਡਿਫਰੈਂਸ ਐਵੇਂ ਕਿ ਖੁਦਾ ਸਾਡੇ ਤੇ ਜਾਨਵਰਾਂ ਦੇ ਵਿੱਚ ਜਿਹੜਾ ਫਰਕ ਕਰਦਾ ਵੇ ਨਾ, ਉਹ ਇਹ ਕਰਦਾ ਵੇ ਕਿ ਖੁਦਾ ਸਾਨੂੰ ਵਿਜ਼ਡਮ ਦਿੰਦਾ ਵੇ ਕਿ ਅਸੀਂ ਅੱਛੇ ਤੇ ਬੁਰੇ ਦੇ ਵਿੱਚ, ਔਰ ਅਸੀਂ ਖੁਦਾ ਦੀ ਪਿੱਛੇ ਚੱਲਣ ਲਈ ਔਰ ਦੁਨੀਆਦਾਰੀ ਦੇ ਪਿੱਛੇ ਚੱਲਣ ਦੇ ਵਿੱਚ ਅਸੀਂ ਡਿਸਰਨ ਕਰ ਸਕੀਏ, ਅਸੀਂ ਤਫਰੀਕ ਕਰ ਸਕੀਏ, ਬਜਾਏ ਇਹਦੇ। ਇਸ ਲਈ ਵੇਖੋਗੇ ਜ਼ਬੂਰ ਖਤਮ ਕਿੱਥੇ ਕਰਦਾ? 20 ਆਇਤ ਵਿੱਚ ਵੀ लिखा हुआ कि आदमी जो इज्जत की हालत में रहता है पर खिर्द, और अंदर बुद्धि कोई नहीं, ज्ञान कोई नहीं, जानवरों की मानंद है जो क्या हो जाते हैं, फना हो जाते हैं। There is no difference between animal और a human अगर तुसी अपनी खुदा दे दिती गई हिकमत और दनाई ਨੂੰ इस्तेमाल नहीं करते। जी एंजल। ਹਾਂਜੀ, ਮੈਨੂੰ ਇਸ ਜ਼ਬੂਰ ਵਿੱਚ ਕਾਫੀ ਵਧੀਆ ਲੱਗੀ ਆਇਤ 16 and 17 कि do not be overawed when others grow rich, when the splendor of their houses increase, for they will take nothing with them when they die. So ਆਹੀ ਚੀਜ਼ ਜੋ ਆਪਾਂ ਸਾਰੇ ਗੱਲ ਕਰਦੇ ਪਏ ਕਿ death is eventually inevitable, ਸਾਡੇ ਸਾਰਿਆਂ ਤੇ ਆਉਣੀ ਆ। ਪਰ ਸਭ ਲਈ ਆਇਤ ਯਾਦ ਦਿਲਾਉਂਦੀ ਹੈ ਕਿ ਅਸੀਂ ਕਿਸੇ ਨੂੰ ਦੇਖ ਕੇ, ਜਦੋਂ ਅਸੀਂ ਦੁਨਿਆਵੀ ਹੋ ਕੇ ਕਾਫੀ ਵਾਰੀ ਸੋਚਦੇ ਕਿ ਉਹ ਵੀ ਆ, ਉਹ ਵੀ ਚੀਜ਼ ਆ, ਕਿ ਅਸੀਂ ਕਿਸੇ ਵੱਲ ਦੇਖ ਕੇ ਮਤਲਬ ਜੈਲਸ ਨਾ ਹੋਈਏ ਉਸ ਚੀਜ਼ ਵਿੱਚ, ਜ਼ਿਆਦਾ ਸੋਚੀ ਨਾ, ਕਿਉਂਕਿ ਸਾਰੀ ਦੁਨਿਆਵੀ ਚੀਜ਼ਾਂ ਦੁਨੀਆ ਵਿੱਚ ਹੀ ਰਹਿ ਜਾਣੀਆਂ ਆ। Wonderful, wonderful, wonderful comment, see, observation, great, thank you. Thank you, Pastor G, reflection ਲਈ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੋ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਇਆ। ਸਾਡਾ ਅਗਲਾ ਐਪੀਸੋਡ ਪਰਸੋਂ ਰਾਤ ਨੂੰ ਇਸੇ ਵਕਤ ਸ਼ੁਰੂ ਹੋਏਗਾ, ਅਤੇ ਅਸੀਂ ਜ਼ਬੂਰ 84 ਵਿੱਚ ਜਾਵਾਂਗੇ।
ਐਂਡ ਇਸੇ ਤਰ੍ਹਾਂ ਬਣੀ ਕੋਰਾ ਦੇ ਜ਼ਬੂਰਾਂ ਦੇ ਸੈੱਟ ਤੇ ਗੌਰ ਕਰਾਂਗੇ। ਸਾਡੇ ਸੀਰੀਜ਼ ਦਾ ਮਕਸਦ ਹੈ ਕਿ ਅਸੀਂ ਕਲਾਮ ਨੂੰ ਪੜ੍ਹ ਕੇ ਉਸ ਨੂੰ ਸਮਝੀਏ ਤੇ ਉਸ ਤੇ ਚੱਲਣ ਵਾਲੇ ਬਣੀਏ। ਸੋ ਕੱਲ ਅਸੀਂ ਤੁਹਾਨੂੰ ਬ੍ਰੇਕ ਦੇਵਾਂਗੇ ਤੇ ਪਰਸੋਂ ਰਾਤ ਨੂੰ ਫਿਰ ਅਸੀਂ ਤੁਹਾਡੇ ਨਾਲ ਮਿਲ ਕੇ ਪੰਜਾਬੀ ਵਿੱਚ ਜ਼ਬੂਰਾਂ ਦੀ ਸਟੱਡੀ ਕਰਾਂਗੇ। ਥੈਂਕ ਯੂ। ਥੈਂਕ ਯੂ। ਸਾਰਿਆਂ ਨੂੰ Thank you.